ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 426 ਅੰਗ ਤੋਂ ਗਿਆਨ ਸ਼ੁਰੂ ਕਰਨਾ ਹੈ ਜੀ। ਆਸਾ ਰਾਗ ਦੇ ਵਿੱਚ ਅਸ਼ਟਪਦੀਆਂ ਲੈ ਰਹੇ ਆਪਾਂ ਤੀਸਰੀ ਪਾਤਸ਼ਾਹੀ ਦੀਆਂ। ਉਹ 15 ਅਸ਼ਟਪਦੀਆਂ ਹੈਗੀਆਂ ਅਤੇ ਉਹਦੇ ਵਿੱਚੋਂ 9ਵੀਂ ਅਸ਼ਟਪਦੀ ਆਪਾਂ ਨੇ ਲੈਣੀ ਆ ਸੀਰੀਅਲ ਵਾਈਜ਼। ਜਿਹੜੀ ਹੈਗੀ ਆ 31ਵੀਂ ਅੰਗ 426 4 to 6 and 4 to 7। ਆਸਾ ਮਹੱਲਾ ਤੀਜਾ। ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਤੀਜਾ। ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ। ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ। ਇੱਥੇ ਘਰ ਘਰ ਜਾਪਦੇ ਆਗੇ ਜੁਗ ਜੁਗ ਪ੍ਰਗਟ ਹੋਏ। ਰੱਤੇ ਵਰਡ ਆਉਂਦਾ ਇੱਕ ਬਾਣੀ ਦੇ ਵਿੱਚ, ਰੰਗੇ ਵਰਡ ਆਉਂਦਾ ਹੈ, ਬਹੁਤ ਵਾਰੀ ਆਊਗਾ। ਰੱਤੇ ਦੀ ਸਟੇਜ ਜਿਹੜੀ ਹੈਗੀ ਆ ਇਹ ਰੰਗੇ ਤੋਂ ਉੱਪਰਲੀ ਸਟੇਜ ਹੈਗੀ। ਜਿਹੜਾ ਰੱਤਿਆ ਗਿਆ ਉਹ ਫਿਰ ਬੈਕ ਆਊਟ ਨਹੀਂ, ਉਹ ਰੰਗ ਨਹੀਂ ਉਤਰ ਸਕਦਾ, ਹੁਣ ਪੱਕਾ ਹੋ ਗਿਆ ਉਹ ਸੱਚੇ ਦੇ ਵਿੱਚ, ਪਰਮਾਤਮਾ ਦੇ ਵਿੱਚ। ਆਸਾ ਮਹੱਲਾ ਤੀਜਾ। ਸੱਚੇ ਰੱਤੇ ਸੇ ਨਿਰਮਲੇ, ਕਹਿੰਦੇ ਉਹ ਨਿਰਮਲੇ ਹੈ ਭਾਈ, ਉਹ ਨਿਰਮਲ ਹੋ ਗਏ। ਸਦਾ ਸੱਚੀ ਸੋਏ, ਔਰ ਉਹਨਾਂ ਦੀ ਜਿਹੜੀ ਹੈਗੀ, ਉਹਨਾਂ ਦੀ ਸੋਭਾ ਜਿਹੜੀ ਹੈਗੀ ਆ, ਉਹਨਾਂ ਦੀ ਸੋਏ ਜਿਹੜੀ ਹੈਗੀ ਆ ਉਹ ਵੀ ਸੱਚੀ ਹੈਗੀ। ਜਿਹੜਾ ਵੀ ਉਹਨਾਂ ਦੀ ਸੰਗਤ ਕਰੂਗਾ ਉਹ ਵੀ ਬੈਨੀਫਿਟਡ ਹੋ ਜਾਏਗਾ, ਸੱਚ ਦੇ ਨਾਲ ਜੁੜ ਜਾਏਗਾ। ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ। ਇੱਥੇ ਘਰ ਘਰ ਜਾਪਦੇ ਆਗੇ ਜੁਗ ਜੁਗ ਪ੍ਰਗਟ ਹੋਏ। ਕਹਿੰਦੇ ਇੱਥੇ ਇਸ ਟਾਈਮ ਸਰੀਰ ਦੇ ਵਿੱਚ ਹੈਗੇ ਆ ਉਹ, ਤੇ ਘਰ ਘਰ ਜਿਹੜੇ ਹੈਗੇ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦਾ ਆਦਰ ਹੋਊਗਾ। ਇੱਥੇ ਘਰ ਘਰ ਜਾਪਦੇ ਆ ਗਏ ਜੁਗ ਜੁਗ ਪ੍ਰਗਟ ਹੋਏ। ਔਰ ਜੁਗਾਂ ਦੇ ਵਿੱਚ ਜੁਗ ਗੁਜ਼ਰ ਜਾਣਗੇ, ਜਦ ਤੱਕ ਧਰਤੀ ਹੈਗੀ ਤਦ ਤੱਕ ਉਹਨਾਂ ਦੀ ਜਿਹੜੀ ਹੈਗੀ ਆ ਉਹ ਪ੍ਰਗਟ ਰਹਿਣਗੇ ਭਾਈ, ਉਹਨਾਂ ਦਾ ਗਿਆਨ ਪ੍ਰਗਟ ਰਹੇਗਾ। ਸੱਚੇ ਰਤੇ ਸੇ ਨਿਰਮਲੇ ਸਦਾ ਸੱਚੀ ਸੋਏ। ਇੱਥੇ ਘਰ ਘਰ ਜਾਪਦੇ ਆ ਗਏ ਜੁਗ ਜੁਗ ਪ੍ਰਗਟ ਹੋਏ। ਇਸ ਕਰਕੇ ਇਹ ਮੇਰੇ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜਾਏ। ਰੂੜੇ ਕਹਿੰਦੇ ਸੁੰਦਰ। ਮੇਰੇ ਮਨ ਤੂੰ ਸੁੰਦਰ ਹੈ ਬਹੁਤ, ਤੂੰ ਕਿੱਥੇ ਕਾਲਕ ਲਾ ਕੇ ਮੂੰਹ ਦੇ ਉੱਤੇ ਬੈਠਾ ਹੋਇਆ ਹੈ। ਇਹ ਮਨ ਰੂੜੇ ਰੰਗਲੇ, ਤੂੰ ਤਾਂ ਰੰਗਣ ਵਾਲਾ ਹੈਗਾ, ਰੰਗ ਸਕਦਾ ਹੈ ਤੂੰ, ਤੇਰੇ ਉੱਤੇ ਰੰਗ ਚੜ ਸਕਦਾ ਹੈ। ਇਹ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜਾਏ। ਤੂੰ ਸੱਚਾ ਰੰਗ ਕਿਉਂ ਨਹੀਂ ਚੜਾ ਲੈਂਦਾ? ਉਹ ਮਾਲਕ ਪਰਮਾਤਮਾ ਦੇ ਰੰਗ ਦੇ ਵਿੱਚ ਕਿਉਂ ਨਹੀਂ ਰੱਖਿਆ ਜਾਂਦਾ? ਉਹਦੀ ਭਗਤੀ ਦੇ ਦੁਆਰਾ ਮਾਲਕ ਦੇ ਪ੍ਰੇਮ ਦੇ ਰੰਗ ਦੇ ਵਿੱਚ ਕਿਉਂ ਨਹੀਂ ਰੰਗਿਆ ਜਾਂਦਾ? ਰੂੜੀ ਬਾਣੀ ਜੇ ਰਪੈ ਨਾ ਇਹ ਰੰਗ ਲਹੇ ਨਾ ਜਾਏ। ਦੇਖ ਕਿੰਨੀ ਸੁੰਦਰ ਬਾਣੀ ਹੈਗੀ ਆ, ਤੈਨੂੰ ਸੁੰਦਰ ਬਣਾ ਦੇਗੀ, ਤੈਨੂੰ ਪੂਰਾ ਦਾ ਪੂਰਾ ਜਿਹੜਾ ਹੈਗਾ ਨਿਖਾਰ ਦੇਗੀ। ਰੂੜੀ ਬਾਣੀ। ਬਾਣੀ ਕੌਣ ਹੈ? ਬਾਣੀ ਕੀ ਹੈ? ਬਾਣੀ ਹੈਗੀ ਬਣਤਰ, ਬਣਾਉਣ ਵਾਲੀ ਚੀਜ਼ ਆ ਬਾਣੀ। ਬਾਣੀ ਬੋਲੀ, ਆਪਾਂ ਬਾਣੀ ਬੋਲਦੇ ਉੱਤੇ ਲਾ ਦਿੰਦੇ, ਬਾਣੀ ਜਿਹੜੀ ਹੈਗੀ ਬਣਾ ਦਿੰਦੀ ਆ। ਰੂੜੀ ਬਾਣੀ ਜੇ ਰੱਪਾ, ਜੇ ਜਿਹੜਾ ਹੈਗਾ ਤੂੰ ਰੰਗਿਆ ਜਾਏਗਾ। ਰੱਪੇ ਮਤਲਬ ਰੰਗਣਾ, ਰੱਪਦੇ ਆ ਲਲਾਰੀ ਜਿਹੜੇ ਹੈਗੇ। ਰੂੜੀ ਬਾਣੀ ਜੇ ਰੱਪਾ ਨਾ ਇਹ ਰੰਗ ਲਹੈ ਨਾ ਜਾਏ। ਨਾ ਇਹ ਰੰਗ ਲੈਂਦਾ ਹੈ ਔਰ ਨਾ ਹੀ ਜਿਹੜਾ ਹੈਗਾ ਜਾਂਦਾ ਹੈ ਭਾਈ। ਇਹ ਨਹੀਂ ਕਿ ਵਾਪਸ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਫਿਰ ਵਾਪਸ ਉਹੋ ਜਿਹਾ ਹੋ ਜਾਏਗਾ, ਮੈਲਾ ਕੁਚੇੜਾ।
रहाओ। हम नीच मैले अत अभिमानी, दूजे पाए विकार। हम लिखिया होया देख लो भाई, ये रंग तो बगैर, इस तो बगैर कोई भी जिहे जिहा मर्जी हैगा इंसान, कहते नीच रहेगा और मैला रहेगा और अभिमानी भी रहेगा, ਉਹਦੇ अंदर हौमे भी रहेगी, हंकार भी रहेगा और विकार भी रहणगे। हम नीच मैले अत अभिमानी, दूजे पाए विकार। दूजा ਭਾਵ ਹੈਗਾ ਕਿਉਂਕਿ ਜੇ ਪਰਮੇਸ਼ਰ ਦੇ ਰੰਗ ਦੇ ਵਿੱਚ ਨਹੀਂ ਰੰਗੇ ਜਾ ਰਹੇ, ਆਪਾਂ ਭਗਤੀ ਦੇ ਵਿੱਚ ਮਾਲਕ ਪਰਮਾਤਮਾ ਨੂੰ ਨਹੀਂ ਯਾਦ ਕਰਦੇ, ਮਾਲਕ ਪਰਮਾਤਮਾ ਜਿਹੜਾ ਕਰਤਾ ਹੈਗਾ, ਸ੍ਰਿਸ਼ਟੀ ਦਾ ਬਣਾਉਣ ਵਾਲਾ ਹੈਗਾ, ਜਿਹੜਾ ਆਪਾਂ ਨੂੰ ਬਣਾਉਣ ਵਾਲਾ ਹੈਗਾ, ਆਪਾਂ ਨੂੰ ਚਾਂਸ ਦੇਣ ਵਾਲਾ ਹੈਗਾ, ਉਸ ਮਾਲਕ ਪਰਮਾਤਮਾ ਨੂੰ, ਆਪਣੇ ਮਾਲਕ ਨੂੰ ਨਹੀਂ ਆਪਾਂ ਯਾਦ ਕਰਦੇ, ਉਹਦੇ ਨਾਲ ਨਹੀਂ ਆਪਾਂ ਜਿਹੜੇ ਹੈਗੇ ਆ ਕੋਈ ਜਿਹੜੀ ਹੈਗੀ ਆ ਉਹਦੇ ਨਾਲ ਜਿਹੜੀ ਹੈਗੀ ਆ ਕੋਈ ਦੋਸਤੀ ਨਹੀਂ ਕਰਦੇ ਆਪਾਂ, ਤੇ ਫਿਰ ਪਾਈ ਆਪਾਂ ਵਿਕਾਰਾਂ ਦੇ ਵਿੱਚ ਰਵਾਂਗੇ, ਮੈਲੇ ਵੀ ਰਵਾਂਗੇ, ਨੀਚ ਵੀ ਰਵਾਂਗੇ ਔਰ ਹੰਕਾਰੀ ਵੀ ਰਵਾਂਗੇ। ਹਮ ਨੀਚ ਮੈਲੇ ਅਤ ਅਭਿਮਾਨੀ, ਦੂਜੇ ਪਾਏ ਵਿਕਾਰ। ਗੁਰ ਪਾਰਸ ਮਿਲੈ ਕੰਚਨ ਹੋਏ, ਨਿਰਮਲ ਜੋਤ ਅਬਾਰ। ਕਹਿੰਦੇ ਗੁਰੂ ਨੂੰ ਮਿਲਣ ਦੇ ਨਾਲ, ਗੁਰੂ ਦੇ ਦੁਆਰਾ ਪਾਰਸ ਹੋਏ, ਪਾਰਸ ਮਿਲੀਏ, ਪਾਰਸ ਨੂੰ ਮਿਲਣਾ ਹੈ ਆਪਾਂ ਨੇ, ਗੁਰੂ ਦੇ ਦੁਆਰਾ ਪਾਰਸ ਨੂੰ ਮਿਲਣਾ ਹੈ ਤੇ ਕੰਚਨ ਹੋ ਜਾਣਾ ਹੈ, ਸੋਨਾ ਬਣ ਜਾਣਾ ਹੈ। ਭਾਈ ਲੋਹੇ ਨੇ ਆਪਾਂ ਲੋਹੇ ਹੈਗੇ ਆ, ਮਹਿਲੇ ਹੈਗੇ, ਕੁਚਾਲੇ ਹੈਗੇ ਆ। ਨਿਰਮਲ ਜੋਤ ਅਪਾਰ, निर्मल अपने अंदर जोत प्रगट हो जाएगी, आत्मा लिशकारे मारेगी अंदर, आत्मा का राज हो जाएगा, मन का राज चले जाएगा। गुरे पारस मिली हुण आत्मा जिहड़ी है बहुत हौली फीमेल, बिल्कुल जिहड़ी हैगी आ, बिल्कुल जिहड़ी हैगी आत्मा की आवाज़ आपां सुणदे नहीं है, बोलती जरूर हैगी आ। जद भी कोई अवगुण करते हैं आत्मा बोलती है। हम नीच मैले अत अभिमानी, दूजे पाए विकार। गुर पारस मिलै कंचन होए, निर्मल जोत अपार। वो अपार मालक परमात्मा की जोत अंदर प्रगट हो जाएगी। बिन गुर कोय न रंगीए, गुर मिलै रंग चढ़ाओ। सर्टिफाई कर रही है बाणी कि बगैर गुरु तो, बगैर ब्रह्म ज्ञान तो कोई भी नहीं रंगया जा सकता। गुरु ने रंगना है पाए, गुरु ने दसना है भी किमें रंग चढ़ना है परमेश्वर का, ਉਹਦੇ प्रेम का। बिन गुर कोय न रंगीए, गुर मिलै रंग चढ़ाओ। गुरु ਨੂੰ ਮਿਲਣ ਦੇ ਨਾਲ ਹੀ ਰੰਗ ਚੜ੍ਹਨਾ। ਔਰ ਗੁਰੂ ਨੂੰ ਮਿਲਣਾ ਕੀ ਹੈਗਾ? ਗੁਰੂ ਨੂੰ ਮਿਲਣਾ ਇਹ ਨਹੀਂ ਹੈਗਾ ਪਾਏ ਕਿ ਆਪਾਂ ਜਿਹੜੇ ਗੁਰਦੁਆਰੇ ਚਲੇ ਗਏ, ਗੁਰੂ ਦੀ ਸੰਗਤ ਕਰ ਲਈ। ਗੁਰੂ ਨੂੰ ਮਿਲਣਾ ਹੈਗਾ ਜਦ ਗੁਰੂ ਦੀ ਗੱਲ ਸਮਝ ਕੇ ਔਰ ਉਹਨੂੰ ਆਪਾਂ ਨੇ ਮੰਨ ਲਿਆ, ਉਹਦੇ ਅਨੁਸਾਰ ਜਿਹੜੇ ਹੈਗੇ ਆਪਾਂ ਚੇਂਜ ਹੋਣਾ ਸ਼ੁਰੂ ਹੋ ਗਏ, ਉਹਨੂੰ ਕਹਿੰਦੇ ਗੁਰੂ ਨੂੰ ਮਿਲ ਗਿਆ ਪਾਏ। ਇਹ ਕੋਈ ਚੰਡਿਆ ਹੋਇਆ ਹੈਗਾ ਕਿਸੇ ਉਸਤਾਦ ਦਾ। ਬਿਨ ਗੁਰ ਕੋਇ ਨ ਰੰਗੀਏ, ਗੁਰ ਮਿਲੈ ਰੰਗ ਚੜਾਓ। ਗੁਰ ਕੈ ਭੈ ਪਾਏ ਜੋ ਰਤੇ। ਦੇਖੋ ਭੈ ਦੇ ਨਾਲ, ਪਾਏ ਪ੍ਰੇਮ ਦੇ ਨਾਲ ਰੱਤੇ ਜਾਣਾ ਹੈ, ਰੰਗੇ ਤੋਂ ਉੱਪਰ। ਸਿਫਤੀ ਸੱਚ ਸਮਾਓ, ਸਿਫਤ ਦੇ ਵਿੱਚ, ਸੱਚ ਦੇ ਵਿੱਚ ਸਮਾ ਜਾਏਗਾ ਇਨਸਾਨ। ਪ੍ਰੇਮ ਹੋ ਜਾਏਗਾ ਮਾਲਕ ਪਰਮਾਤਮਾ ਦਾ। ਪੈ ਬਿਨ ਲਾਗ ਨਾ ਲੱਗੇ, ਨਾ ਮਨ ਨਿਰਮਲ ਹੋਏ। ਪੈ ਨਹੀਂ ਹੈਗਾ ਗੁਰੂ ਦਾ, ਸਭ ਤੋਂ ਪਹਿਲਾਂ ਗੁਰੂ ਦਾ ਪੈ, ਫਿਰ ਪਰਮੇਸ਼ਰ ਦਾ ਪੈ। ਕਹਿੰਦੇ ਪੈ ਤੋਂ ਬਗੈਰ ਨਹੀਂ ਲਾਗ ਲੱਗ ਸਕਦੀ। ਲਾਗ ਲੱਗਣੀ ਕੀ ਹੈ ਬਈ ਆ ਜਿਹੜੀ ਹੈਗੀ ਇਸ ਪਾਸੇ ਦੀ ਯਾਤਰਾ ਨਹੀਂ ਹੋ ਸਕਦੀ, ਖਿੱਚ ਨਹੀਂ ਪੈਦਾ ਹੋ ਸਕਦੀ। ਪੈ ਬਿਨ ਲਾਗ ਨਾ ਲੱਗ ਗਈ, ਨਾ ਮਨ ਨਿਰਮਲ ਹੋਏ। ਮਨ ਵੀ ਲਾਗ ਨਹੀਂ ਹੈ ਤੇ ਭਾਈ ਫਿਰ ਮਨ ਨਿਰਮਲ ਕਿਵੇਂ ਹੋਏਗਾ? ਬਿਨ ਪੈ ਇਹਦਾ ਮਤਲਬ ਮਨ ਆਪਣਾ ਮੈਲਾ ਹੈਗਾ। ਇਹੀ ਯਾਤਰਾ ਹੈਗੀ ਆ, ਇਹੀ ਆਪਾਂ ਮਨੁੱਖੀ ਜੀਵਨ ਪਾ ਕੇ ਆਹੀ ਕਾਰਵਾਈ ਕਰਨੀ ਹੈ। ਪੈ ਬਿਨ ਲਾਗ ਨਾ ਲੱਗ ਗਈ, ਨਾ ਮਨ ਨਿਰਮਲ ਹੋਏ। ਬਿਨ ਪੈ ਕਰਮ ਕਮਾਵਣੇ, ਝੂਠੇ ਠਾਉ ਨਾ ਕੋਏ।
ਮਾਲਕ ਪਰਮਾਤਮਾ ਦੀ ਦਰਗਾਹ ਦੇ ਵਿੱਚ ਕੋਈ ਜਗ੍ਹਾ ਨਹੀਂ ਹੈਗੀ। ਹਾਂ, ਜਿਹੜਾ ਹੈਗਾ ਧਰਮਰਾਜ ਜਿਹੜਾ ਹੈਗਾ ਉਹਦੇ ਦਰ ਦੇ ਉੱਤੇ, ਉਹਦੀ ਕਚਹਿਰੀ ਦੇ ਵਿੱਚ ਫੈਸਲਾ ਹੋਏਗਾ, ਔਰ ਉਹਦੀ ਟੈਰੀਟਰੀ ਦੇ ਵਿੱਚ ਜਿਹੜੀ ਹੈਗੀ ਉਹਦੇ ਕੰਟਰੋਲ ਦੇ ਵਿੱਚ ਜਿਹੜੀ ਹੈਗੀ ਸਾਰੀ ਸ੍ਰਿਸ਼ਟੀ ਜਿਹੜੀ ਹੈਗੀ, ਪ੍ਰਕਿਰਤੀ ਜਿਹੜੀ ਹੈਗੀ। ਧਰਮਰਾਜ ਕੀ ਹੈ? ਪ੍ਰਕਿਰਤੀ ਦੇ ਵਿੱਚ ਜਗ੍ਹਾ ਜ਼ਰੂਰ ਹੈਗੀ। ਬਿਨ ਪੈ ਕਰਮ ਕਮਾਵਣੇ, ਝੂਠੇ ਠਾਉ ਨਾ ਕੋਏ। ਸਰੀਰ ਜਿਹੜਾ ਹੈਗਾ ਇਹਦੀ ਕੈਦ ਚੋਂ, ਪੰਜਾਂ ਤੱਤਾਂ ਦੀ ਕੈਦ ਚੋਂ ਆਪਾਂ ਬਾਹਰ ਨਹੀਂ ਹੋ ਸਕਦੇ। ਪੰਜਾਂ ਤੱਤਾਂ ਦੀ ਖਿੱਚ ਤੋਂ ਜਿਹੜੀ ਹੈਗੀ, ਇਹ ਚੁੰਬਕ ਸ਼ਕਤੀ ਜਿਹੜੀ ਹੈ ਪੰਜਾਂ ਤੱਤਾਂ ਦੀ ਜਿਹੜੀ ਹੈਗੀ, ਸਵਾਦਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ, ਚੋਗੇ ਦੇ ਵਿੱਚ, ਜਿਹੜਾ ਇਸ ਤੋਂ ਉੱਪਰ ਨਹੀਂ ਉੱਠ ਸਕਦੇ ਆਪਾਂ। ਪੈ ਬਿਨ ਲਾਗ ਨਾ ਲੱਗ ਗਈ, ਨਾ ਮਨ ਨਿਰਮਲ ਹੋਏ। ਬਿਨ ਪੈ ਕਰਮ ਕਮਾਵਣੇ, ਝੂਠੇ ਠਾਉ ਨਾ ਕੋਏ। ਹੁਣ ਜਿਹੜਾ ਗੁਰੂ ਆਪਣਾ ਗੁਰੂ ਆਪਾਂ ਨੂੰ ਬਾਣੀ ਦੇ ਰਿਹਾ ਆਪਾਂ ਨੂੰ, ਔਰ ਆਪਾਂ ਜਿਹੜੇ ਹੈਗੇ ਆ ਇਹ ਬਾਣੀ ਜਿਹੜੀ ਹੈਗੀ ਇਹਦੇ ਨਾਲ ਜਿਹੜੇ ਹੈਗੇ ਆ ਆਪਾਂ ਇਹਨੂੰ ਸੁਣ ਕੇ ਔਰ ਇਹਦੇ ਨਾਲ ਐਕਸ਼ਨ ਹੀ ਨਾ ਲਈਏ। ਜੋ ਬਾਣੀ ਕਹਿ ਰਹੀ ਉਹ ਕਾਰਵਾਈ ਨਾ ਕਰੀਏ, ਇਹਦਾ ਮਤਲਬ ਆਪਾਂ ਨੂੰ ਭੈ ਨਹੀਂ ਹੈ ਬਾਣੀ ਦਾ। ਭੈ ਨਹੀਂ ਹੈ ਤੇ ਲਾਗ ਨਹੀਂ ਲੱਗੇਗੀ, ਲਾਗ ਨਹੀਂ ਲੱਗੇਗੀ ਤੇ ਨਿਰਮਲ ਨਹੀਂ ਹੋਏਗਾ। ਲਾਗ ਲੱਗਣੀ ਕੀ ਹੈ? ਬਈ ਜੋ ਗੁਰੂ ਕਹਿ ਰਿਹਾ ਹੈ ਉਹ ਕਾਰਵਾਈ ਕਰਨੀ, ਤੇ ਮਨ ਨਿਰਮਲ ਨਹੀਂ ਹੋਏਗਾ। ਬਿਨ ਪੈ ਕਰਮ ਕਮਾਵਣੇ, ਝੂਠੇ ਠਾਉ ਨਾ ਕੋਏ। ਬਿਨ ਪੈ ਕਰਮ ਕਮਾਵਣੇ, ਝੂਠੇ ਠਾਉ ਨਾ ਕੋਏ। ਜੋ ਵੀ ਕਰਮ ਆਪਾਂ ਕਰ ਰਹੇ ਪਾਏ, ਉਹ ਸਾਰੇ ਦੇ ਸਾਰੇ ਕਹਿੰਦੇ ਮਾਇਆ ਦੇ ਵਿੱਚ ਹੈਗੇ, ਖੇਡ ਦੇ ਵਿੱਚ ਹੈ, ਚੋਗੇ ਦੇ ਵਿੱਚ ਹੈ, ਸਵਾਦਾਂ ਦੇ ਵਿੱਚ ਹੈ, ਆਪਣੇ ਜਿਹੜੇ ਹੈਗੇ ਆ ਪੰਜਾਂ ਤੱਤਾਂ ਦੇ ਵਿੱਚ ਹੈਗੇ, ਔਰ ਝੂਠੇ ਹੈਗੇ। ਉਹਨਾਂ ਦਾ ਟੋਟਲ ਰਚਨਾ ਹੀ ਝੂਠੀ ਹੈਗੀ, ਜਦ ਆਪਣਾ ਸਰੀਰ ਹੀ ਝੂਠਾ ਹੈਗਾ। ਬਿਨ ਪੈ ਕਰਮ ਕਮਾਵਣੇ, ਝੂਠੇ ਠਾਉ ਨਾ ਕੋਏ। ਉਹਨਾਂ ਦਾ ਕੀ ਵਜੂਦ ਹੈਗਾ, ਕੀ ਠਾਉ ਹੈ, ਕੀ ਉਹਨਾਂ ਦਾ ਐਥੈਂਸਿਟੀ ਕੀ ਹੈਗੀ ਉਹਦੀ। ਬਿਨ ਪੈ ਕਰਮ ਕਮਾਵਣੇ, ਝੂਠੇ ਠਾਉ ਨਾ ਕੋਏ। ਜਿਸਨੂੰ ਆਪੇ ਰੰਗੇ ਸੁਰ ਆਪਸੀ, ਸਤ ਸੰਗਤ ਮਿਲਾਏ। ਜਿਸਨੂੰ ਆਪੇ ਰੰਗੇ ਸੁਰ ਆਪਸੀ, ਹੁਣ ਇਹਦਾ ਕੰਟਰੋਲ ਮਾਲਕ ਦੇ ਕੋਲ ਆ। ਸਟਾਰਟਿੰਗ ਪੁਆਇੰਟ ਜਿਹੜਾ ਹੈਗਾ ਆਪਣੇ ਅੰਦਰ ਇੱਛਾ ਹੋਣੀ ਚਾਹੀਦੀ ਹੈ। ਆਪਣੇ ਅੰਦਰ ਬਈ ਮੈਂ ਇਹ ਰੰਗ ਦੇ ਵਿੱਚ ਰੰਗਣਾ ਚਾਹੁੰਦਾ ਹੈ, ਮੈਂ ਮਾਲਕ ਦੇ ਵੱਲ ਨੂੰ, ਮਾਲਕ ਦੀ ਖਿੱਚ ਪੈਦਾ ਹੋਣੀ ਚਾਹੀਦੀ ਹੈ। ਆਪਣੇ ਅੰਦਰ ਇੱਛਾ ਹੋਣੀ ਚਾਹੀਦੀ ਹੈ। ਜਿਸਨੂੰ ਆਪੇ ਰੰਗੇ ਸੁਰ ਆਪਸੀ, ਉਹ ਜਿਹੜਾ ਹੈਗਾ ਰੰਗਿਆ ਜਾਏਗਾ ਭਾਈ। ਹੁਣ ਰੰਗੇ, ਜਿਸਨੂੰ ਆਪੇ ਰੰਗੇ ਸੋ ਰੰਗ ਸੀ। ਰੰਗ ਸੀ ਦਾ ਮਤਲਬ ਹੋਊਗਾ ਫਿਰ ਉਹ ਰੰਗੂਗਾ। ਜਿਸਨੂੰ ਆਪੇ ਰੰਗੇ ਸੋ ਰੱਬ ਸੀ, ਮਤਲਬ ਜਿਹੜਾ ਹੈਗਾ ਇਹ ਗੁਰਬਾਣੀ ਜਿਹੜੀ ਹੈਗੀ ਉਹਦੇ ਵਰਡ ਜਿਹੜੇ ਹੈਗੇ ਆ ਮੀਨਿੰਗ ਸੇਮ ਹੈ, ਵੀ ਰੰਗ ਉਹ ਰੰਗਿਆ ਜਾਊਗਾ। ਰਪਸੀ ਵਰਡ ਯੂਜ਼ ਕੀਤਾ ਮਹਾਰਾਜ ਨੇ। ਇਹ ਵੀ ਜਿਹੜਾ ਹੈਗਾ ਇਹਨਾਂ ਦਾ ਹੀ ਹੈਗਾ, ਰੰਗਣ ਵਾਲਿਆਂ ਦਾ। ਜਿਸਨੂੰ ਆਪੇ ਰੰਗੇ ਸੋ ਰਪਸੀ, ਸਤ ਸੰਗਤ ਮਿਲਾਏ। ਸਤ ਸੰਗਤ ਮਿਲਾ ਦਿੰਦਾ ਹੈ, ਸਤ ਸੰਗਤ ਮਿਲਾਏ। ਹੁਣ ਇਹ ਸਤ ਸੰਗਤ ਕੀ ਚੀਜ਼ ਹੈਗੀ ਆ? ਆਪਾਂ ਸਮਝਦੇ ਸੀਗੇ ਵੀ ਗੁਰੂ ਦੀ ਸੰਗਤ ਹੋ ਗਈ, ਸਾਧ ਸੰਗਤ ਹੋ ਗਈ, ਤੇ ਇਹ ਸਤ ਸੰਗਤ ਹੈਗੀ ਆ। ਆਪਾਂ ਇਸ ਨੂੰ ਆਹੀ ਸਮਝਦੇ ਸੀਗੇ। ਇੱਥੇ ਮਹਾਰਾਜ ਕੀ ਕਹਿ ਰਹੇ ਆ? ਪੂਰੇ ਗੁਰ ਤੇ ਸਤ ਸੰਗਤ ਉਪਜੈ, ਸਹਜੇ ਸੱਚ ਸਮਾਏ। ਹਾਂਜੀ, ਸਹਜੇ ਸੱਚ ਸੁਭਾਏ। ਹੁਣ ਦੇਖੋ ਇੱਥੇ ਡੈਫੀਨੇਸ਼ਨ ਆ ਰਹੀ ਹੈ ਸਤ ਸੰਗਤ ਦੀ, ਬਿਲਕੁਲ ਜਿਹੜੀ ਹੈਗੀ ਆਪਾਂ ਜੋ ਡੈਫੀਨੇਸ਼ਨ ਲੈ ਕੇ ਚੱਲੇ ਹੋਏ ਸੀ ਉਹ ਡੈਫੀਨੇਸ਼ਨ ਜਿਹੜੀ ਹੈ ਇੱਥੇ ਪੂਰੀ ਨਹੀਂ ਉਤਰ ਰਹੀ। ਪੂਰੇ ਗੁਰ ਤੇ ਸਤ ਸੰਗਤ ਉਪਜੈ। ਪਹਿਲੀ ਗੱਲ ਤਾਂ ਸਤ ਸੰਗਤ ਪੈਦਾ ਹੋਣੀ ਹੈ, ਸਤ ਸੰਗਤ ਪੈਦਾ ਹੋਣੀ ਹੈ। ਉਪਜ ਫਸਲ ਉਪਜਦੀ ਹੈ, ਉਸੇ ਤਰੀਕੇ ਨਾਲ ਸਤ ਸੰਗਤ ਵੀ ਪੈਦਾ ਹੋਣੀ ਹੈ। ਸਹਜੇ ਸੱਚ ਸੁਭਾਅ, ਸਹਿਜ ਦੇ ਨਾਲ ਹੋਣੀ ਹੈ, ਸੱਚ ਦੇ ਨਾਲ ਜਿਹੜਾ ਹੈਗਾ, ਜਿਹੜਾ ਇਨਸਾਨ ਦਾ ਸੱਚ ਦੇ ਨਾਲ ਜੁੜ ਗਿਆ ਔਰ ਪਿਆਰ ਹੋ ਗਿਆ ਸੱਚ ਦੇ ਨਾਲ, ਤੇ ਗੁਰੂ ਦੇ ਦੁਆਰਾ ਜਿਹੜੀ ਹੈ ਸਤ ਸੰਗਤ ਪੈਦਾ ਹੋਣੀ ਹੈ।
ਗੁਰੂ ਨੂੰ ਮਿਲਣਾ, ਗੁਰੂ ਵਿੱਚ ਆਉਣਾ ਜ਼ਰੂਰੀ ਹੈਗਾ ਸਤ ਸੰਗਤ ਨੂੰ ਪੈਦਾ ਕਰਨ ਦੇ ਵਾਸਤੇ। ਸਤ ਦੀ ਸੰਗਤ ਹੈ। ਸਤ ਦੀ ਸੰਗਤ ਕੀ ਹੈ? ਆਪਾਂ ਕੀ ਕਰ ਰਹੇ ਹਾਂ, ਆਪਣੀ ਐਕਸ਼ਨ ਕੀ ਹੈਗੀ, ਆਪਣਾ ਰੂਟੀਨ ਕੀ ਹੈਗਾ, ਆਪਣੀ ਦਿਨਚਰਿਆ ਕੀ ਹੈਗੀ। ਆਪਣੀ ਦਿਨਚਰਿਆ ਝੂਠ ਦੀ ਸੰਗਤ ਹੈਗੀ। ਹਰ ਟਾਈਮ ਝੂਠ ਦਾ ਸੰਗ ਕਰ ਰਹੇ ਹਾਂ ਆਪਾਂ। ਜਦ ਆਪਾਂ ਜਿਹੜੇ ਹੈਗੇ ਸੱਤ ਦੇ ਉੱਤੇ ਚੱਲਾਂਗੇ, ਅੱਖਾਂ ਦੇ ਵਿੱਚੋਂ ਸੱਤ, ਕੰਨਾਂ ਦੇ ਨਾਲ ਸੱਤ, ਜੀਭ ਦੇ ਨਾਲ ਸੱਤ, ਐਕਸ਼ਨ ਹੱਥਾਂ ਪੈਰਾਂ ਦੇ ਨਾਲ ਸੱਤ, ਤੇ ਸਤ ਸੰਗਤ ਹੋ ਗਈ ਭਾਈ। ਸਤ ਸੰਗਤ ਪੈਦਾ ਹੋ ਗਈ ਆਪਣੀ। ਸੱਤ ਦਾ ਸੰਗ ਕਰਨ ਲੱਗ ਪਏ ਆਪਾਂ। ਜਿਸਨੂੰ ਆਪੇ ਰੰਗੇ ਸੋ ਰੱਬ ਸੀ, ਸਤ ਸੰਗਤ ਮਿਲਾਏ। ਪੂਰੇ ਗੁਰ ਤੇ ਸਤ ਸੰਗਤ ਉਪਜੈ, ਸਹਿਜੇ ਸੱਚ ਸੁਭਾਏ। ਸਹਿਜ ਦੇ ਨਾਲ ਸਹਿਜ ਵੀ ਆ ਜਾਣਾ ਹੈ, ਔਰ ਸੱਚ ਦੇ ਨਾਲ ਵੀ ਜੁੜ ਜਾਣਾ ਹੈ, ਔਰ ਸੁਭਾਏ ਪਿਆਰ ਵੀ ਹੋ ਜਾਣਾ ਹੈ। ਔਰ ਇਹ ਸਤਸੰਗਤ ਨਹੀਂ ਹੈਗੀ ਤੇ ਕੀ ਹੋਏਗਾ ਫਿਰ? ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ਼ੂ ਢੋਰ। ਹੁਣ ਪਸ਼ੂ ਕੀ ਹੈਗਾ? ਖਾ ਲਿਆ ਪੀ ਲਿਆ ਸੌਂ ਲਿਆ, ਖਾ ਲਿਆ ਪੀ ਲਿਆ ਸੌਂ ਲਿਆ, ਬਸ ਸੇਮ ਦੀ ਸੇਮ ਰੂਟੀਨ ਰਹੇਗਾ। ਕਹਿੰਦੇ ਬਿਨ ਸੰਗਤੀ ਸਭ ਐਸੇ ਰਹੇ। ਟੋਟਲ ਇਸ ਤਰ੍ਹਾਂ ਹੀ ਰਹਿੰਦੇ ਆ ਜਿਨ੍ਹਾਂ ਦੇ ਅੰਦਰ ਸਤ ਸੰਗਤ ਨਹੀਂ ਪੈਦਾ ਹੁੰਦੀ। ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ਼ੂ ਢੋਰ। ਮਨੁੱਖ ਜੂਨ ਹੈਗੀ, ਪਰ ਪਰਪਸ ਕੀ ਹੈਗਾ? ਬਿਨ ਸੰਗਤੀ ਬਿਲਕੁਲ ਸੇਮ ਪਰਪਸ ਹੈ ਜੋ ਪਸ਼ੂਆਂ ਦਾ ਪਰਪਸ ਹੈਗਾ। ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ਼ੂ ਢੋਰ। ਵਾਹ ਮਹਾਰਾਜ ਜੀ ਵਾਹ, ਕਮਾਲ ਕੀਤੀ ਪਈ ਹੈ। ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ਼ੂ ਢੋਰ, ਜਿਨੇ ਕੀਤੇ ਤਿਸੇ ਨਾ ਜਾਣਨੀ, ਬਿਨ ਨਾਮੈ ਸਭ ਚੋਰ। ਜਿਸ ਮਾਲਕ ਨੇ ਪੈਦਾ ਕੀਤਾ ਹੈ, ਜਿਸ ਮਾਲਕ ਦਾ ਖਾ ਰਹੇ, ਜਿਸ ਮਾਲਕ ਦਾ ਭੋਗ ਰਹੇ, ਇੱਕ ਸਕਿੰਟ ਜੀ ਨਹੀਂ ਸਕਦੇ ਮਾਲਕ ਦੀ। ਜੇ ਹਵਾ ਬੰਦ ਕਰਦੇ ਮਾਲਕ ਪਰਮਾਤਮਾ ਦਾ, ਉਹਨੂੰ ਨਹੀਂ ਜਾਣਦੇ, ਉਹਨੂੰ ਸਮਝਦੇ ਹੀ ਨਹੀਂ ਹੈ ਕੁਛ ਵੀ, ਉਹ ਹੈ ਹੀ ਨਹੀਂ ਹੈ। ਜਿਹਨੇ ਕੀਤੀ ਤਿਸੇ ਨਾ ਜਾਣਨੀ, ਬਿਨ ਨਾਮ ਹੈ ਸਭ ਚੋਰ। ਹੁਣ ਦੇਖ ਲਓ ਭਾਈ, ਨਹੀਂ ਹੈਗਾ ਸੱਤ ਦੀ ਸੰਗਤ ਨਹੀਂ ਆਈ, ਨਾਮ ਵਾਲੀ ਗੱਲ ਨਹੀਂ ਆਈ, ਨਾਮ ਦਾ ਨਹੀਂ, ਨਾਮ ਵੱਲ ਨੂੰ ਗਤੀ ਨਹੀਂ ਕੀਤੀ। ਕਹਿੰਦੇ ਸਾਰੇ ਦੇ ਸਾਰੇ ਚੋਰ ਹੈਗੇ। ਧਰਮਰਾਜ ਨੇ ਫੜਨਾ ਹੀ ਫੜਨਾ ਹੈਗਾ, ਜਮਦੂਤਾਂ ਨੇ ਆਉਣਾ ਹੀ ਆਉਣਾ ਹੈਗਾ, ਜੂਨਾਂ ਦੇ ਵਿੱਚ ਜਾਣਾ ਹੀ ਜਾਣਾ ਹੈਗਾ। ਕਿਉਂਕਿ ਇੱਥੇ ਆ ਪ੍ਰੋਬਲਮ ਹੈਗੀ, ਜਿਹਨੇ ਕੀਤੇ ਤਿਸੇ ਨਾ ਜਾਣਨੀ, ਬਿਨ ਨਾਮ ਹੈ ਸਭ ਚੋਰ। ਸੰਨੀ ਦੇ ਉੱਤੇ ਫੜ ਲੈਂਦਾ ਆ ਕੇ, ਪਤਾ ਵੀ ਨਹੀਂ ਲੱਗਦਾ ਕਦੋਂ ਆ ਕੇ ਫੜ ਲਿਆ, ਕਦੋਂ ਟੈਂਟ ਫਿਸ ਹੋ ਗਈ। ਸੰਨੀ ਕਹਿੰਦੇ ਸੰਨ ਲਾਉਂਦੇ ਨੂੰ ਫੜਦਾ। ਆਪਾਂ ਦੁਨੀਆ ਦੇ ਵਿੱਚ ਸੰਨਾ ਹੀ ਲਾ ਰਹੇ, ਕੀ ਕਰ ਰਹੇ ਹਾਂ? ਬਸ ਪਦਾਰਥ ਭੋਗ ਰਹੇ ਹਾਂ ਬਸ। ਮਾਲਕ ਜਿਹੜਾ ਹੈਗਾ ਜਿਹੜਾ ਜਿਹਨੂੰ ਆਪਾਂ ਨੇ ਜਿਹੜਾ ਹੈਗਾ ਉਹਨੂੰ ਸਿਆਣਦਾ ਹੀ ਨਹੀਂ ਹੈ। ਜਿਹਨੇ ਕੀਤੇ ਤਿਸੇ ਨਾ ਜਾਣਨੀ, ਬਿਨ ਨਾਮੇ ਸਭ ਚੋਰ। ਇੱਕ ਗੁਣ ਵਿਹਾਜੈ ਔਗਣ ਵਿਕਣੈ, ਗੁਰ ਕੈ ਸਹਿਜ ਸੁਭਾਏ। ਲੋ ਕਰਨਾ ਕੀ ਹੈ ਆਪਾਂ ਨੇ? ਗੁਣਾਂ ਨੂੰ ਖਰੀਦਣਾ ਹੈ, ਔਗੁਣਾਂ ਨੂੰ ਛੱਡਣਾ ਹੈ। ਇਸ ਵਾਸਤੇ ਆਏ ਆਪਾਂ। ਇੱਕ ਗੁਣ ਵਿਹਾਜੈ ਔਗੁਣ ਵਿਕਣਾ, ਔਗੁਣ ਨੂੰ ਵੇਚਣਾ ਹੈ, ਸੇਲ ਤੇ ਲਾ ਦੇਣਾ ਹੈ। ਗੁਰ ਕੈ ਸਹਿਜ ਸੁਭਾਏ, ਗੁਰੂ ਦੇ ਅਨੁਸਾਰ ਸਹਿਜ ਦੇ ਨਾਲ, ਪਿਆਰ ਦੇ ਨਾਲ ਇਹ ਕੰਮ ਕਰਨਾ ਹੈ। ਇਹੀ ਭਗਤੀ ਹੈਗੀ, ਇਹੀ ਧਿਆਨ ਸਿਮਰਨ ਹੈਗਾ। ਇੱਕ ਗੁਣ ਵਿਹਾਜੈ ਔਗੁਣ ਵਿਕਣਾ, ਕਿਉਂਕਿ ਧਿਆਨ ਦੇ ਨਾਲ ਜਿਹੜਾ ਹੈਗਾ ਆਪਾਂ ਨੂੰ ਜਿਹੜਾ ਹੈਗਾ ਜਦ ਵਿਚਾਰ ਬੰਦ ਕਰਦੇ ਹਾਂ ਤੇ ਅੰਦਰ ਮਨ ਦੇ ਅੰਦਰ ਪਾਵਰ ਆਉਂਦੀ ਹੈ ਔਗੁਣ ਛੱਡਣ ਦੀ। ਇੱਕ ਗੁਣ ਵਿਹਾਜੈ ਔਗੁਣ ਵਿਕਣਾ, ਗੁਰ ਕੈ ਸਹਿਜ ਸੁਭਾਏ। ਗੁਰ ਸੇਵਾ ਤੇ ਨਾਉ ਪਾਇਆ, ਵੁੱਠਾ ਅੰਦਰ ਆਏ। ਵਾਹਿਗੁਰੂ ਦੀ ਸੇਵਾ ਹੈ ਭਾਈ, ਇਹਦੇ ਨਾਲ ਫਿਰ ਨਾਮ ਦੀ ਪ੍ਰਾਪਤੀ ਹੋ ਜਾਂਦੀ, ਅੰਮ੍ਰਿਤ ਆ ਜਾਂਦਾ। ਨਾਮ ਅੰਮ੍ਰਿਤ ਅੰਦਰ, ਵੁੱਠਾ ਅੰਦਰ, ਔਰ ਨਾਮ ਆ ਗਿਆ ਤੇ ਪਰਮਾਤਮਾ ਨੇ ਲਾਜ਼ਮੀ ਆ ਹੀ ਜਾਣਾ। ਵੁੱਠਾ ਅੰਦਰ ਆਏ, ਅੰਦਰ ਜਿਹੜਾ ਖੇੜਾ ਹੋ ਜਾਣਾ ਹੈ। ਸਭਨਾ ਦਾ ਦਾਤਾ ਏਕ ਹੈ, ਸਿਰੈ ਧੰਦੇ ਲਾਏ। ਸਾਰਿਆਂ ਦਾ ਮਾਲਕ ਉਹੀ ਮਾਲਕ ਪਰਮਾਤਮਾ ਹੈ। ਇੱਕ ਇੰਡੀਵਿਜੂਅਲ ਨੂੰ ਮਾਲਕ ਨੇ ਜਿਹੜਾ ਹੈਗਾ ਇਹ ਖੇਡ ਦੇ ਵਿੱਚ ਲਾਇਆ ਹੋਇਆ। ਲਾਜ਼ਮੀ ਖੇਡ ਕਰਨੀ ਪਊਗੀ ਆਪਾਂ ਨੂੰ, ਕਿਉਂਕਿ ਉਹ ਮਾਲਕ ਹੈਗਾ।
ਉਹ ਕਰਤਾ ਹੈਗਾ, ਉਹਦੀ ਚੱਲਣੀ ਹੈਗੀ। ਸਭਨਾ ਦਾ ਦਾਤਾ ਇੱਕ ਹੈ, ਸਿਰੇ ਤੰਦੇ ਲਾਏ। ਨਾਨਕ ਨਾਮੇ ਲਾਏ ਸਵਾਰਿਅਨ, ਸ਼ਬਦੇ ਲਾਏ ਮਿਲਾਏ। ਹੁਣ ਦੇਖੋ ਨਾਮ ਆ ਗਿਆ ਇੱਕ ਜਗ੍ਹਾ ਤੇ ਸ਼ਬਦ ਆ ਗਿਆ। ਇਹ ਭੇਤ ਕੀ ਹੈਗਾ? ਨਾਨਕ ਨਾਮੇ ਲਾਏ ਸਵਾਰਿਅਨ, ਕਹਿੰਦੇ ਨਾਮ ਦੇ ਨਾਲ ਲੱਗ ਗਿਆ। ਇਨਸਾਨ ਨੂੰ ਪਤਾ ਲੱਗ ਗਿਆ ਮਨੁੱਖੀ ਜੂਨ ਦੇ ਵਿੱਚ ਆਇਆ ਹਾਂ ਮੈਂ, ਤੇ ਨਾਮ ਮੇਰੇ ਅੰਦਰ, ਨਾਮ ਤੱਕ ਮੈਂ ਯਾਤਰਾ ਕਰਨੀ ਹੈ। ਮੈਂ ਨਾਮ ਦੇ ਵਾਸਤੇ ਆਇਆ ਹਾਂ। ਨਾਮ ਆਇਆ ਤੇ ਨਾਮ ਹੀ ਆਏਗਾ। ਨਾਮੇ ਲਾਏ ਸਵਾਰੇ, ਲੱਗ ਗਏ ਨਾਮ ਦੇ ਨਾਲ। ਕਹਿੰਦੇ ਸਵਾਰਿਆ ਗਿਆ ਬੰਦਾ। ਕਿਵੇਂ? ਸ਼ਬਦੇ ਲਏ ਮਿਲਾਏ, ਸ਼ਬਦ ਦੇ ਨਾਲ, ਧਿਆਨ ਸਿਮਰਨ ਦੇ ਨਾਲ ਮਿਲਾ ਲੈਣਾ ਹੈ ਮਾਲਕ ਪਰਮਾਤਮਾ ਨੇ। ਨਾਨਕ ਨਾਮੇ ਲਾਏ ਸਵਾਰਿਅਨ, ਸ਼ਬਦੇ ਲਏ ਮਿਲਾਏ। ਅਗਲੀ ਅਸ਼ਬਦ। ਹਾਂਜੀ ਬੇਟੀ, ਹਾਂਜੀ। ਆ ਜਿਹੜਾ ਉੱਪਰ ਸਤ ਸੰਗਤ ਦੱਸਿਆ ਆ, ਹਾਂ, ਜਿਹੜੀ ਮਤਲਬ ਆ ਸੰਗਤ ਕਰ ਰਹੇ ਆ, ਇਹ ਉਹ ਸਤ ਸੰਗਤ ਇਹਦੇ ਬਾਰੇ ਚ ਕਹਿੰਦੇ ਆ ਇਹ ਗੁਰੂ ਦੀ ਸੰਗਤ ਕਰ ਰਹੇ ਆ ਆਪਾਂ। ਇਹ ਗੁਰੂ ਦੀ ਸੰਗਤ ਕਰ ਰਹੇ ਆ। ਇਹ ਮਤਲਬ ਗੁਰੂ ਦੇ ਗਿਆਨ ਲੈਣ ਦੀ ਸੰਗਤ ਕਰ ਰਹੇ ਆ। ਹਾਂ, ਪਰ ਉਹ ਸਤ ਸੰਗਤ ਉਪਜਣੀ ਆ ਜਿਸ ਜਿਲੇ ਤੁਸੀਂ ਉਸ ਨਾਮ ਦੇ ਵਿੱਚ ਜੇ ਸੱਤ ਦਾ ਸੰਗ ਕਰਾਂਗੇ, ਜਾਣਾ। ਸੱਤ ਦਾ ਸੰਗ ਕਰਾਂਗੇ। ਸੱਤ ਦਾ ਸੰਗ, ਆਪਣੇ ਅੰਦਰ ਸੱਤ ਜਿਹੜਾ ਪੈਦਾ ਹੋ ਗਿਆ, ਆਪਣੇ ਅੰਦਰ ਜਿਹੜੀ ਹੈਗੀ ਆ ਝੂਠ ਛੱਡ ਦਿੱਤਾ। ਝੂਠ ਬੋਲਣ ਤੋਂ ਹੀ ਸਭ ਤੋਂ ਪਹਿਲਾਂ ਜੇ ਹੁਣ ਇਨਸਾਨ ਜਿਹੜਾ ਝੂਠ ਹੀ ਵੱਢਦਾ ਹੈ, ਹਮੇਸ਼ਾ ਗਲਤ ਬੋਲਦਾ ਹੈ, ਤੇ ਫਿਰ ਝੂਠ ਦੀ ਸੰਗਤ ਆ। ਜਦ ਇਨਸਾਨ ਨੇ ਠਾਣ ਲਿਆ ਵੀ ਮੈਂ ਸੱਚ ਬੋਲਣਾ ਹੈ, ਉਹ ਸੱਤ ਦੀ ਸੰਗਤ ਹੋ ਗਈ। ਐਸੇ ਤਰੀਕੇ ਦੇ ਨਾਲ ਅੱਖਾਂ ਦੇ ਨਾਲ ਵਿਕਾਰ ਦੇਖਦੇ ਹਾਂ ਆਪਾਂ, ਕਿਸੇ ਦਾ ਪਰਾਇਆ ਤਨ, ਪਰਾਇਆ ਧਨ, ਪਰਾਇਆ ਰੂਪ ਦੇਖਦੇ ਹਾਂ। ਜਦੋਂ ਛੱਡ ਦਿੱਤਾ, ਸੱਤ ਦੀ ਸੰਗਤ ਹੋ ਗਈ। ਠੀਕ ਹੈ ਜੀ। ਹਾਂਜੀ ਹਾਂਜੀ, ਮਤਲਬ ਉਹ ਸੰਗਤ ਜਿਹੜੀ ਆ, ਉਹ ਸੰਗਤ ਬੰਦੇ ਦੇ ਵਿੱਚ ਉਪਜਣੀ ਆ। ਹਾਂ, ਕਰੈਕਟਰ ਚੇਂਜ ਹੋਣਾ ਹੈ। ਸੰਗਤ ਦੀ ਗੱਲ ਕੀਤੀ, ਬਹੁਤ ਵਧੀਆ, ਬਿਲਕੁਲ ਬਿਲਕੁਲ ਠੀਕ ਹੈ। ਬਹੁਤ ਹੁਣ ਆਹ ਸੰਗਤ ਅਸੀਂ ਕਰਦੇ ਹਾਂ, ਦਿਨ ਰਾਤ ਭਾਰਤ ਅਸੀਂ ਮਤਲਬ ਗਲਤ ਕੰਮ ਕਰਦੇ ਹਾਂ, ਸ਼ਾਮ ਨੂੰ ਸੰਗਤ ਕਰ ਲਈ ਤਾਂ ਅਸੀਂ ਸਤ ਸੰਗਤ ਥੋੜੋ, ਅਸੀਂ ਤਾਂ ਸਿਰਫ ਮਤਲਬ ਕਈ ਵਾਰੀ ਗਿਆਨ ਮਿਲਿਆ ਆਪਾਂ ਨੂੰ। ਹਾਂ, ਗਿਆਨ ਲੈ ਰਹੇ ਹਾਂ। ਹੁਣ ਦੇਖੋ ਆਪਾਂ ਨੇ, ਗੁਰੂ ਨੇ ਦੱਸਿਆ ਵੀ ਸੱਤ ਦੀ ਸੰਗਤ ਤੇਰੇ ਅੰਦਰੋਂ ਉਪਜਣੀ ਆ। ਇਹ ਗਿਆਨ ਮਿਲ ਗਿਆ ਨਾ ਆਪਾਂ ਨੂੰ, ਨਹੀਂ ਤਾਂ ਆਪਾਂ ਨੂੰ ਇਹ ਵੀ ਨਹੀਂ ਪਤਾ ਸੀਗਾ ਆਹ ਚੀਜ਼ ਹੈਗੀ ਆ। ਕਿਉਂਕਿ ਸਾਰਾ ਕੁਝ ਹੋਣਾ ਤਾਂ ਗੁਰੂ ਦੇ ਦੁਆਰਾ ਹੀ ਹੈ। ਕਿਉਂਕਿ ਆਪਾਂ ਤਾਂ ਗੁਰੂ ਨੇ ਯਾਤਰਾ ਕੀਤੀ ਹੈ ਨਾ, ਉਹਨਾਂ ਨੂੰ ਪਤਾ ਹੈ ਨਾ ਬਈ ਅਲਟੀਮੇਟਲੀ ਜਦ ਤੇਰਾ ਜਿਹੜਾ ਹੈਗਾ, ਤੇਰੇ ਅੰਦਰ ਸੱਤ ਹੋ ਗਿਆ, ਤੇਰਾ ਆਚਰਣ ਸੱਤ ਹੋ ਗਿਆ, ਤੇਰੀਆਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਸੱਚ ਦੇ ਉੱਤੇ ਚੱਲਣ ਲੱਗ ਪਈਆਂ, ਤੇ ਬਸ ਸੱਤ ਦੀ ਸੰਗਤ ਹੋ ਗਈ। ਔਰ ਉਹੀ ਉਸੇ ਦੇ ਨਾਲ ਅਲਟੀਮੇਟ ਆ ਫਿਰ ਰਿਜ਼ਲਟ ਆਉਣਾ ਹੈ। ਉਹ ਯਾਤਰਾ ਜੇ ਖਤਮ ਹੋ ਜਾਣੀ, ਜਿੱਤ ਜਾਣੀ ਹੈ ਗੇਮ ਆਪਾਂ ਨੇ। ਅੰਮ੍ਰਿਤ ਆ ਜਾਣਾ ਹੈ, ਅੰਮ੍ਰਿਤ ਆ ਗਿਆ ਤੇ ਜਿਹੜਾ ਹੈਗਾ ਉਹ ਕਰਤਾ ਵੀ ਆ ਜਾਣਾ ਹੈ। ਠੀਕ ਹੈ ਜੀ। ਔਰ ਉਹਦੇ ਵਿੱਚ ਇਹ ਵੀ ਬਹੁਤ ਸੋਹਣਾ ਭਾਜੀ ਕਿਹਾ ਗਿਆ ਕਿ ਜਿਹਦੇ ਵਿੱਚ ਭੈ ਨਹੀਂ ਸਾਨੂੰ, ਮਤਲਬ ਪਰਮਾਤਮਾ ਦਾ ਭੈ ਨਹੀਂ ਹੈਗਾ ਸਾਡੇ ਅੰਦਰ। ਜਿਹਨੇ ਸਭ ਕੁਝ ਦਿੱਤਾ, ਉਹ ਅਸੀਂ ਜਿੱਦਾਂ ਕਹਿੰਦੇ ਨੇ ਮੁਖਰ ਖਾਏ, ਮਤਲਬ ਖਾਨੇ ਹੈਗੇ ਆ, ਪਰ ਉਹਦੇ ਪ੍ਰਤੀ ਭੈ ਨਹੀਂ ਕਿ ਵੀ ਸਾਡੇ ਸਾਹ ਬੰਦ ਹੋ ਜਾਣੇ। ਬਿਲਕੁਲ ਭੈ ਨਹੀਂ ਹੈ ਤੇ ਕੁਝ ਨਹੀਂ ਹੋਏਗਾ। ਜੱਫੀਏ ਬਿਲਕੁਲ, ਕਹਿੰਦਾ ਮਤਲਬ ਕਿ ਪਰਮਾਤਮਾ ਤਾਂ ਹਰ ਲਾਈਨ ਤੇ ਕਹਿ ਰਿਹਾ, ਗੁਰੂ ਸਾਹਿਬ ਕਹਿ ਰਹੇ ਆ ਕਿ ਜਪ ਉਸ ਚੀਜ਼ ਨੂੰ ਜਿਸ ਚੀਜ਼ ਦੇ ਨਾਲ ਤੂੰ ਗਾਂਹ ਜਾਣ ਵਾਲਾ ਹੈ। ਬਿਲਕੁਲ, ਮਾਲਕ ਦੇ ਨਾਲ ਜੁੜ, ਮਾਲਕ ਦੇ ਨਾਲ ਪਿਆਰ ਪਾ, ਇਹੀ ਗੱਲ ਹੈਗੀ ਆ। ਆਸਾ, ਠੀਕ ਹੈ ਜੀ। ਹਾਂਜੀ, ਆਸਾ ਮਹੱਲਾ ਤੀਜਾ। ਸਭ ਨਾਵੇਂ ਨੂੰ ਲੋਚਦੀ, ਜਿਸ ਕਿਰਪਾ ਕਰੇ ਸੋ ਪਾਏ। ਦੇਖ ਲਓ ਹੁਣ ਭਾਈ, ਸਭ ਨਾਵੇਂ ਨੂੰ ਲੋਚਦੀ। ਕਿਸੇ ਨੂੰ ਵੀ ਪੁੱਛ ਲਓ ਬਈ ਤੈਨੂੰ ਅੰਮ੍ਰਿਤ ਚਾਹੀਦਾ ਹੈ, ਕਿਸੇ ਨੂੰ ਵੀ ਪੁੱਛ ਲਓ, ਭਾਵੇਂ ਕਿੰਨਾ ਮਰਜ਼ੀ ਮਨਮਤੀਆ ਹੋਏ, ਕਿੰਨਾ ਮਰਜ਼ੀ ਝੂਠ ਦੇ ਨਾਲ ਜੁੜਿਆ ਹੋਏ, ਪੁੱਛ ਲਓ ਵੀ ਅੰਮ੍ਰਿਤ ਪੀਣਾ ਹੈ, ਅੰਮ੍ਰਿਤ ਚਾਹੀਦਾ ਤੈਨੂੰ? ਉਹ ਕਹਿੰਦਾ ਕਿਉਂ ਨਹੀਂ ਚਾਹੀਦਾ। ਸਭ ਨਾਵੇਂ ਨੂੰ ਲੋਚਦੀ, ਜਿਸ ਕਿਰਪਾ ਕਰੇ ਸੋ ਪਾਏ। ਹੁਣ ਮਿਲਦਾ ਕਿਹਨੂੰ ਆ? ਜਿਸ ਦੇ ਉੱਤੇ ਕਿਰਪਾ ਹੋ ਜਾਂਦੀ ਹੈ। ਹੁਣ ਕਿਰਪਾ ਮਾਲਕ ਨੇ ਕਰਨੀ ਆ, ਤੇ ਕਿਰਪਾ ਕਿਹਦੇ ਉੱਤੇ ਕਰਨੀ ਆ? ਕਿਰਪਾ ਉਹਦੇ ਤੇ ਕਰਨੀ ਆ ਜਿਹੜਾ ਅੰਦਰੋਂ ਚਾਹੁੰਦਾ ਹੈ, ਜਿਹੜਾ ਚਾਹੁੰਦਾ ਹੈ ਵੀ ਮੈਂ ਛੱਡਣਾ ਚਾਹੁੰਦਾ ਹੈ ਇਹ ਅਵਗੁਣ, ਇਹ ਝੂਠ ਦੀ ਸੰਗਤ ਮੈਂ ਛੱਡਣਾ ਚਾਹੁੰਦਾ ਹੈ, ਉਸ 'ਤੇ ਕਿਰਪਾ ਹੋਏਗੀ। ਜਿਹੜਾ ਕਮਿਟਮੈਂਟ ਕਰਦਾ ਹੈ, ਮਾਲਕ ਨੂੰ ਲੱਗਦਾ ਹੈ ਇਨਸਾਨ ਸੱਚ ਬੋਲ ਰਿਹਾ ਹੈ, ਇਹ ਜਿਹੜਾ ਹੈਗਾ ਕਿੰਨਾ ਮਰਜ਼ੀ ਕਾਲਕ ਆ, ਕਿੰਨਾ ਮਰਜ਼ੀ ਝੂਠਾ ਹੈਗਾ,
ਪਰ ਜਿਹੜਾ ਜਿਹਦੇ ਅੰਦਰ ਆ ਗਿਆ ਵੀ ਮੈਂ ਸੱਚ 'ਤੇ ਚੱਲਣਾ ਹੈਗਾ, ਮੈਨੂੰ ਅੰਮ੍ਰਿਤ ਚਾਹੀਦਾ ਹੈ, ਜਿਹੜੇ ਅੰਦਰ, ਉਸ 'ਤੇ ਕਿਰਪਾ ਹੋ ਜਾਣੀ ਹੈ, ਉਹਨੂੰ ਗੁਰੂ ਮਿਲਾ ਦੇਣਾ ਹੈ। ਸਭ ਨਾਮੇ ਨੂੰ ਲੋਚਤੀ ਜਿਸ ਕਿਰਪਾ ਕਰੇ ਸੋ ਪਾਏ, ਬਿਨ ਨਾਮੇ ਸਭ ਦੁੱਖ ਹੈ ਸੁਖ ਤਿਸ ਜਿਸ ਮਨ ਵਸਾਏ। ਉਹ ਨਾਮ ਤੋਂ ਬਗੈਰ ਦੁੱਖ ਹੀ ਹੈ, ਦੁੱਖ ਹੈ। ਆਪਾਂ ਨੂੰ ਲੱਗਦਾ ਹੈ ਚੋਗਾ ਸੋਹਣਾ ਮਿੱਠਾ ਸਵਾਦਿਸ਼ਟ, ਪਰ ਹੈ ਦੁੱਖ, ਅੰਦਰੋਂ ਦੁੱਖ ਪੈਦਾ ਹੁੰਦਾ ਹੈ। ਸੁਖ ਤਿਸ, ਕਿਉਂਕਿ ਰੱਜ ਹੀ ਨਹੀਂ ਹੈ, ਸਵਾਦ ਆਉਂਦੇ ਆ, ਰੱਜ ਨਹੀਂ ਹੈਗਾ, ਵਾਪਸ ਜਿਹੜਾ ਹੈਗਾ ਫਿਰ ਉਸੇ ਦਾ ਉਸੇ ਤ੍ਰਿਸ਼ਨਾ ਓਨੀ ਦੀ ਓਨੀ, ਉਸ ਤੋਂ ਦੁੱਗਣੀ ਤਿੱਗਣੀ ਹੋ ਜਾਂਦੀ ਹੈ। ਬਿਨ ਨਾਮ ਹੈ ਸਭ ਦੁੱਖ ਹੈ ਸੁਖ ਤਿਸ ਜਿਸ ਮਨ ਵਸਾਏ, ਜਿਹਦੇ ਮਨ 'ਚ ਵਸ ਗਿਆ ਉਹ ਕਰਤਾ, ਉਹ ਮਾਲਕ ਪਰਮਾਤਮਾ, ਉਹਦੀ ਖਿੱਚ, ਉਹ ਜਿਹੜੇ ਹੈਗੇ ਆ ਸੁਖੀ ਹੋ ਜਾਏਗਾ। ਨਾਮ ਮਨ 'ਚ ਵਸ ਗਿਆ, ਬਈ ਨਾਮ ਜਿਹੜਾ ਹੈਗਾ ਮੇਰੇ ਅੰਦਰ, ਨਾਮ ਪਦਾਰਥ ਪਿਆ ਹੋਇਆ ਆ, ਮੈਨੂੰ ਤਾਂ ਇਸ ਵਾਸਤੇ ਮਨੁੱਖੀ ਜੂਨ ਮਿਲੀ ਹੈ, ਮੈਂ ਨਾਮ ਵੱਲ ਨੂੰ ਜਿਹੜਾ ਹੈਗਾ, ਜਿਹਦੇ ਅੰਦਰ ਇੱਛਾ ਹੋ ਗਈ, ਉਹ ਸੁਖੀ ਹੋਣਾ ਸ਼ੁਰੂ ਹੋ ਜਾਏਗਾ। ਭਾਈ ਤੂੰ ਬੇਅੰਤ ਦਿਆਲ ਹੈ ਤੇਰੀ ਸਰਣਾਈ, ਮਾਲਕ ਪਰਮਾਤਮਾ ਬੇਅੰਤ ਹੈਗਾ ਭਾਈ, ਉਹ ਦਿਆਲ ਵੀ ਹੈਗਾ, ਉਹ ਦਿਆਲ ਆ, ਉਹ ਕਿਸੇ ਦੇ ਅਵਗੁਣ ਨਹੀਂ ਦੇਖਦਾ, ਕਿਉਂਕਿ ਅਵਗੁਣ ਤਾਂ ਉਹਨੇ ਪਾਏ ਹੋਏ ਆ ਮਾਲਕ ਨੇ, ਉਹ ਤਾਂ ਉਹਦੀ ਖੇਡ ਹੈਗੀ, ਉਹਨੇ ਤਾਂ ਪਾਏ ਹੋਏ ਆ, ਉਹ ਥੋੜ੍ਹੀ ਨਾ ਅਵਗੁਣਾਂ ਦੇ ਨਾਲ ਜਿਹੜਾ ਹੈਗਾ ਉਹਨੂੰ ਕੋਈ ਐਲਰਜੀ ਹੈਗੀ। ਤੂੰ ਬੇਅੰਤ ਦਿਆਲ ਹੈ ਤੇਰੀ ਸਰਣਾਈ, ਕਹਿੰਦੇ ਤੇਰੀ ਸਰਣਾਈ ਹੈ ਬਸ, ਤੂੰ ਤਾਂ ਦਿਆਲ ਹੈਗਾ ਆ, ਬਸ ਕੋਈ ਪੁਕਾਰੇ ਤਾਂ ਸਹੀ ਨਾ, ਦਇਆ ਮੰਗੇ ਤਾਂ ਸਹੀ, ਮਾਲਕ ਨੂੰ ਕਹੇ ਤਾਂ ਸਹੀ ਨਾ। ਗੁਰ ਪੂਰੇ ਤੇ ਪਾਈਏ ਨਾਮੇ ਵਡਿਆਈ ਰਹਾਓ, ਔਰ ਮਿਲਣੀ ਪੂਰੇ ਗੁਰੂ ਤੋਂ ਹੈਗੀ ਭਾਈ, ਔਰ ਵਡਿਆਈ ਮਿਲਣੀ ਹੈ, ਵੱਡੇ ਹੋਣਾ ਹੈ, ਨਾਮ ਦੇ ਨਾਲ ਹੋਣਾ ਹੈ, ਔਰ ਨਾਮ ਦੇਣਾ ਹੈ, ਪੂਰਾ ਗੁਰੂ ਮਿਲਾਉਣਾ ਹੈ, ਉਹ ਜਿਹੜਾ ਹੈਗਾ ਮਾਲਕ ਨੇ ਮਿਲਾਉਣਾ ਹੈ। ਜਿਸ ਕਿਰਪਾ ਕਰੇ ਸੋ ਪਾਏ, ਬਿਲਕੁਲ ਸਿਸਟੇਮੈਟਿਕ ਹੈਗਾ ਜੀ। ਹੁਣ ਇਹਦੇ ਵਿੱਚ ਕੋਈ ਆਪਾਂ ਨੂੰ ਜਿਹੜੀ ਹੈਗੀ ਉਹ ਨਹੀਂ ਹੈਗੀ ਆ। ਰਹਾਓ, ਅੰਤਰ ਬਾਹਰ ਏਕ ਹੈ ਬਹੁ ਵਿਧ ਸ੍ਰਿਸ਼ਟ ਉਪਾਈ। ਦੇਖ ਲਓ, ਕਹਿੰਦੇ ਤੇਰੇ ਅੰਦਰ ਵੀ ਬਾਹਰ ਵੀ, ਹਰ ਜਗ੍ਹਾ ਤੂੰ ਮਾਲਕ ਦੇ ਅੰਦਰ ਹੀ ਹੈਗਾ ਭਾਈ। ਮਾਲਕ ਜਿਹੜਾ ਹੈਗਾ, ਪਰਮਾਤਮਾ ਜਿਹੜਾ ਹੈਗਾ ਹਰ ਜਗ੍ਹਾ 'ਤੇ ਹੈ, ਉਹਦਾ ਨਾਮ ਹਰ ਜਗ੍ਹਾ 'ਤੇ ਹੈ, ਨਾਮ ਦੀ ਵਰਖਾ ਹਰ ਜਗ੍ਹਾ 'ਤੇ ਹੋ ਰਹੀ। ਬਸ ਆਪਣੇ ਅੰਦਰ ਆਪਣਾ ਦਰਵਾਜ਼ੇ ਬੰਦ ਹੈਗੇ। ਅੰਤਰ ਬਾਹਰ ਏਕ ਹੈ, ਆਪਣੇ ਕੋਲ ਜਗ੍ਹਾ ਹੀ ਨਹੀਂ ਹੈਗੀ, ਆਪਣੇ ਕੋਲ ਦੁਨੀਆ ਦੇ ਪਦਾਰਥਾਂ ਵਾਸਤੇ ਜਿਹੜੀ ਹੈ ਆਲਰੇਡੀ ਅੰਗੇਜ ਹੋਏ ਪਏ ਆ। ਅੰਤਰ ਬਾਹਰ ਏਕ ਹੈ ਬਹੁ ਵਿਧ ਸ੍ਰਿਸ਼ਟ ਉਪਾਈ, ਹੁਕਮੇ ਕਾਰ ਕਰਾਇੰਦਾ ਦੂਜਾ ਕਿਸ ਕਹੀਏ ਪਾਈ। ਕਹਿੰਦੇ ਹੁਕਮ ਦੇ ਨਾਲ ਸਾਰੀ ਕਾਰਵਾਈ ਮਾਲਕ ਦੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ। ਕਹਿੰਦੇ ਦੂਜਾ ਕਿਹਨੂੰ ਕਹੀਏ ਭਾਈ। ਅੰਦਰ ਬਾਹਰ ਹਰ ਜਗ੍ਹਾ 'ਤੇ ਤਾਂ ਮਾਲਕ ਪਰਮਾਤਮਾ ਹੈ, ਉਹਨੇ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ ਹੈ। ਹੁਕਮੇ ਕਾਰ ਕਰਾਇੰਦਾ ਦੂਜਾ ਕਿਸ ਕਹੀਏ ਭਾਈ, ਕਿਉਂਕਿ ਇਹ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹ ਬਣਾਉਣ ਵਾਲਾ ਮਾਲਕ ਆ। ਸੁਰਤ ਮਤ ਮਨ ਬੁੱਧ ਜਿਹੜੀ ਹੈ ਜੋ ਵੀ ਹੈ ਅੰਦਰ, ਉਹ ਸਾਰੇ ਦੇਣ ਵਾਲਾ, ਉਹਨਾਂ ਦੀ ਰੇਸ਼ੋ ਪ੍ਰਪੋਰਸ਼ਨ ਜਿਹੜਾ ਹੈਗਾ ਉਹ ਜਿਹੜਾ ਹੈ ਮਾਲਕ ਪਰਮਾਤਮਾ ਹੈਗਾ। ਹੁਕਮੇ ਕਾਰ ਕਰਾਇੰਦਾ ਦੂਜਾ ਕਿਸ ਕਹੀਏ ਭਾਈ, ਬੁਝਣਾ ਅਬੁਝਣਾ ਤੁਧ ਕੀਆ ਇਹ ਤੇਰੀ ਸਰਕਾਰ। ਬਸ ਆ ਦੇਖੋ, ਇਹ ਹੈ ਮਾਲਕ ਪਰਮਾਤਮਾ ਦੀ ਖੇਡ। ਹਰੇਕ ਇੰਡੀਵਿਜੂਅਲ ਦੇ ਉਹ ਮਾਲਕ ਪਰਮਾਤਮਾ ਦੀ ਸਰਕਾਰ ਦੀ ਉਹਦੀ ਆ ਹੈਗੀ, ਉਹਦੀ ਜਿਹੜੀ ਹੈਗੀ ਆ ਰੂਲ, ਉਹਦੇ ਨਿਯਮ। ਕਹਿੰਦੇ ਦੋ ਦੇ ਵਿੱਚ ਹੈ, ਬੁੱਝਣਾ ਹੈ ਕਿ ਨਹੀਂ ਬੁੱਝਣਾ ਹੈ। ਬੁੱਝਣਾ ਤੇ ਅਬੁੱਝਣਾ ਤੁਧ ਕੀਆ। ਆਪਾਂ ਕਿਸੇ ਨੂੰ ਕੰਪਲੇਂਟ ਨਹੀਂ ਕਰ ਸਕਦੇ ਵੀ ਇਹ ਸਮਝ ਨਹੀਂ ਰਿਹਾ, ਬੁੱਝ ਨਹੀਂ ਰਿਹਾ। ਕਹਿੰਦੇ ਮਾਲਕ ਦੀ ਖੇਡ ਹੈਗੀ। ਬੁੱਝਣਾ ਅਬੁੱਝਣਾ ਕਹਿੰਦੇ ਆ ਕੋਈ ਵੀ ਚੀਜ਼ ਨੂੰ ਇੱਕ ਕੋਈ ਪਰਮਾਤਮਾ ਦੀ ਗੱਲ ਨਹੀਂ ਹੈ, ਕੋਈ ਵੀ ਚੀਜ਼ ਨੂੰ ਜਿਹੜਾ ਬੁੱਝਣਾ ਹੈ ਜਾਂ ਨਹੀਂ ਬੁੱਝ ਸਕਣਾ, ਇਹ ਕਹਿੰਦੇ ਮਾਲਕ ਦੀ ਗੇਮ ਹੈ। ਬੁੱਝਣਾ ਅਬੁੱਝਣਾ ਤੁਧ ਕੀਆ ਇਹ ਤੇਰੀ ਸਰਕਾਰ। ਇੰਡੀਵਿਜੂਅਲ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਇਨਸਾਨ ਨੂੰ ਬਣਾਇਆ, ਹਰੇਕ ਨੂੰ ਅਲੱਗ-ਅਲੱਗ ਜਿਹੜੀ ਬੁੱਧੀ ਹੈਗੀ ਉਹਦੀ। ਬੁੱਝਣਾ ਅਬੁੱਝਣਾ ਤੁਧ ਕੀਆ ਇਹ ਤੇਰੀ ਸਰਕਾਰ। ਇੱਕ ਨਾ ਬਖਸ਼ੈ ਮੇਲ ਲਹੈ ਇੱਕ ਦਰਗਹਿ ਮਾਰ ਕੱਢੇ ਕੂੜਿਆਰ। ਇੱਕ ਨਾ ਉਹਨੂੰ ਬਖਸ਼ ਲੈਣਾ, ਮਿਲਾ ਲੈਣਾ ਆਪਣੇ ਨਾਲ। ਇੱਕ ਨਾ ਬਖਸ਼ੈ ਮੇਲ ਲਹੈ
ਇੱਕ ਦਰਗਾਹ ਮਾਰ ਕੱਢੇ ਕੂੜਿਆਰ। ਇੱਕ ਜਿਹੜਾ ਦਰਗਾਹ ਤੋਂ ਮਾਰ ਕੇ ਕੱਢ ਦੇਣਾ, ਦਰਗਾਹ 'ਤੇ ਪਹੁੰਚ ਗਏ ਤੇ ਫਿਰ ਗੱਲ ਕੀ ਹੋ ਗਈ, ਗੱਲ ਕੀ ਰਹਿ ਗਈ। ਇਹ ਦਰਗਾਹ ਜਿਹੜੀ ਹੈਗੀ ਭਾਈ, ਇਹ ਪ੍ਰਕਿਰਤੀ ਦੀ ਦਰਗਾਹ ਹੈਗੀ। ਪ੍ਰਕਿਰਤੀ ਉਹਦੀ, ਜਿੱਥੇ ਉਹਦਾ ਫੈਸਲਾ ਹੁੰਦਾ ਹੈ, ਜਿੱਥੇ ਜਿਹੜਾ ਹੈਗਾ ਆਪਣਾ ਪੇਪਰ ਜਿਹੜਾ ਹੈਗਾ ਵਾਚਿਆ ਜਾਂਦਾ ਹੈ, ਉਸ ਦਰਗਾਹ ਤੋਂ, ਧਰਮਰਾਜ ਦੀ ਦਰਗਾਹ ਤੋਂ, ਉਹ ਸ਼ਕਤੀ ਨੂੰ ਧਰਮਰਾਜ ਕਹਿੰਦੇ ਆ। ਇੱਕ ਦਰਗਾਹ ਮਾਰ ਕੱਢੇ ਕੂੜਿਆਰ। ਕਿਉਂ? ਕਿਉਂਕਿ ਉਹ ਕੂੜੇ ਦੇ ਨਾਲ ਜੁੜੇ ਹੋਏ ਸੀਗੇ, ਝੂਠ ਦੇ ਨਾਲ ਜੁੜੇ ਹੋਏ ਸੀਗੇ। ਇੱਕ ਤੁਰੇ ਅਪਵਿੱਤ ਪਾਵਨ ਹੈ ਤੁਧੇ ਨਾਮੇ ਲਾਏ। ਦੇਖ ਲਓ, ਤੁਰੇ ਨਾਲ ਧੁਰ ਨਾਲ ਜੁੜੇ ਹੋਏ ਆ, ਪਵਿੱਤਰ ਪਾਵਨ ਹੈਗੇ, ਨਾਮ ਦੇ ਨਾਲ ਲਗਾ ਦਿੱਤੇ। ਹੁਣ ਜਿਹੜੇ ਧੁਰੋਂ ਹੀ ਪਵਿੱਤਰ ਪਾਵਨ ਹੈਗੇ ਤੇ ਫਿਰ ਨਾਮ ਦੇ ਨਾਲ ਲਾ ਦਿੱਤੇ। ਉਹ ਤਾਂ ਫਿਰ ਜਿਹੜੇ ਹੈਗੇ ਜਨਮ ਮਰਨ ਦੋਹੋਂ ਮੈਂ ਨਾਹੀ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸ਼ਿਓ ਲੈਣ ਮਿਲਾਏ। ਉਹ ਤਾਂ ਇਹੋ ਜਿਹੇ ਹੈ। ਗੁਰ ਸੇਵਾ ਤੇ ਸੁਖ ਉਪਜੈ ਸੱਚੇ ਸ਼ਬਦੇ ਬੁਝਾਏ। ਹੁਣ ਦੇਖੋ, ਸੁਖ ਨਾਮ ਦੀ ਚੀਜ਼ ਵੀ ਪੈਦਾ ਹੋਣੀ ਹੈ ਭਾਈ, ਸੁਖ ਨਾਮ ਦੀ ਚੀਜ਼ ਵੀ ਆਪਣੇ ਅੰਦਰ ਪੈਦਾ ਹੋਣੀ ਹੈ। ਔਰ ਗੁਰੂ ਜੋ ਕਹਿ ਰਿਹਾ ਹੈ, ਕਾਰਵਾਈ ਕਰਨ ਦੇ ਨਾਲ ਸੁਖ ਪੈਦਾ ਹੋਣਾ ਹੈ। ਉੱਥੇ ਆਪਾਂ ਨੂੰ ਮਹਾਰਾਜ ਨੇ ਦੱਸਿਆ ਸੀਗਾ ਕਿ ਪਿਛਲੇ ਸ਼ਬਦ ਦੇ ਵਿੱਚ ਸਤ ਸੰਗਤ ਉਹ ਵੀ ਪੈਦਾ ਹੋਣੀ ਆ। ਹੁਣ ਕਹਿੰਦੇ ਆ ਸਤ ਸੰਗਤ ਪੈਦਾ ਹੋਈ ਤੇ ਸੁਖ ਪੈਦਾ ਹੋ ਜਾਏਗਾ। ਇੱਕ ਤੁਰ ਪਵਿੱਤ ਪਾਵਨ ਹੈ ਤੁਧਾ ਨਾਮੇ ਲਾਏ, ਗੁਰ ਸੇਵਾ ਤੇ ਸੁਖ ਉਪਜੈ ਸੱਚਾ ਸ਼ਬਦੇ ਬੁਝਾਏ। ਸੱਚੇ ਸ਼ਬਦ ਦੇ ਦੁਆਰਾ ਜਿਹੜੀ ਹੈਗੀ ਆ ਇਹ ਬੂਝ ਬੁਝਣੀ ਹੈ ਭਾਈ, ਨਹੀਂ ਤਾਂ ਅਬੁੱਝੇ ਹੀ ਰਹਿ ਜਾਵਾਂਗੇ ਆਪਾਂ। ਸ਼ਬਦ ਅਭਿਆਸ ਦੇ ਦੁਆਰਾ ਜਿਹੜਾ ਹੈਗਾ ਇਹੀ ਗੁਰੂ ਦੀ ਸੇਵਾ ਹੈਗੀ। ਇਹਦੇ ਨਾਲ ਹੀ ਸੁਖ ਪੈਦਾ ਹੋਣਾ ਹੈ, ਇਹਦੇ ਨਾਲ ਹੀ ਆਪਾਂ ਸੱਚੇ ਹੋਣਾ ਹੈ। ਇਹੀ ਸਤ ਸੰਗਤ ਹੈਗੀ ਆ। ਇੱਕ ਕੁਚਲ ਕੁਚੀਲ ਬਿਖ ਲੀ ਪਤੇ ਨਾਮੋਂ ਆਪ ਖੁਆਏ। ਇੱਕ ਕਹਿੰਦੇ ਆ ਬਹੁਤ ਹੀ ਮੈਲੇ ਹੈਗੇ, ਬਹੁਤ ਹੀ ਮੈਲੇ, ਕੁਚੀਲ, ਕੁਚਲ ਕੁਚੀਲ, ਬਿਖ ਲੀ ਪਤੇ, ਬਿਖ ਦੇ ਨਾਲ ਪੂਰੇ ਲਿਪਤ ਹੋਏ ਪਏ ਆ, ਸਵਾਦਾਂ ਦੇ ਨਾਲ, ਰਸਾਂ ਕਸਾਂ ਦੇ ਨਾਲ। ਨਾਮੋਂ ਆਪ ਖੁਆਏ, ਨਾਮ ਤੋਂ ਮਾਲਕ ਪਰਮਾਤਮਾ ਨੇ। ਹੁਣ ਇੱਥੇ ਜਿਹੜਾ ਹੈਗਾ ਵੀ ਮਾਲਕ ਆਪ ਜਿਹੜਾ ਹੈ ਮੈਲੇ ਕਰਦਾ ਹੈ, ਆਪ ਜਿਹੜਾ ਉਹਨਾਂ ਨੂੰ ਕਹਿੰਦਾ ਹੈ ਵੀ ਮੈਂ ਤੁਹਾਨੂੰ ਜਿਹੜਾ ਹੈਗਾ ਮੈਂ ਨਾਮ ਤੋਂ ਨਹੀਂ ਦੇਣਾ, ਨਾਮ ਤੁਹਾਨੂੰ, ਮੈਂ ਤੁਹਾਨੂੰ ਇਹ ਜ਼ਹਿਰ ਦੇ ਨਾਲ ਹੀ ਜੋੜਨਾ ਹੈ, ਕੁਚੀਲ ਹੀ ਰੱਖਣਾ ਹੈ। ਨਾ ਬਈ ਨਾ, ਮਾਲਕ ਨੇ ਦੋਨੋਂ ਚੀਜ਼ਾਂ ਬਣਾਈਆਂ ਆ। ਆਪਣੀ ਇੰਡੀਵਿਜੂਅਲ ਇਨਸਾਨ ਜਿਹੜਾ ਹੈਗਾ ਜਿਹੜੇ ਪਾਸੇ ਮਰਜ਼ੀ ਲੱਗ ਜਾਏ, ਉਹਦੀ ਗੇਮ ਹੈਗੀ। ਕੰਟਰੋਲਰ ਉਹਦਾ, ਕਹਿਣ ਦਾ ਭਾਵ ਬਾਣੀ ਦਾ ਇਹ ਹੈਗਾ ਕਿ ਉਹ ਗੇਮ, ਉਹ ਨੈਗੇਟਿਵਿਟੀ ਵੱਲ ਜਿਹੜਾ ਹੈਗਾ ਉਹ ਵੀ ਮਾਲਕ ਹੀ, ਉਹਦੀ ਗੇਮ ਚੱਲ ਰਹੀ ਹੈ, ਉੱਥੇ ਵੀ ਉਹਦਾ ਹੀ ਰਾਜ ਹੈ, ਉਹ ਵੀ ਉਹਨੂੰ ਪਸੰਦ ਹੈਗਾ। ਉਹਦੇ ਬਗੈਰ ਜਿਹੜਾ ਹੈਗਾ ਇਹ ਦੁਨੀਆ ਦੀ ਮੈਚ ਹੋ ਹੀ ਨਹੀਂ ਸਕਦਾ। ਇਹ ਖੇਡ ਜਿਹੜੀ ਹੈ ਇਹ ਖੇਡ ਹੋ ਹੀ ਨਹੀਂ ਸਕਦੀ। ਤੁਝ ਜਗ ਮੈਂ ਖੇਲ ਰਚਾਇਆ ਵਿੱਚ ਹਉਮੈ ਪਾਈਆ। ਇੱਕ ਕੁਚਲ ਕੁਚੀਲ ਵਿਖ ਲੀ ਪਤੇ ਨਾਵੋਂ ਆਪ ਖੁਆਏ, ਨਾ ਉਨ ਸਿੱਧ ਨਾ ਬੁੱਧ ਹੈ, ਨਾ ਸੰਜਮੀ ਫਿਰੈ ਉਤਵਤਾਏ। ਕਹਿੰਦੇ ਜਿਹੜੇ ਇਸ ਤਰੀਕੇ ਦੇ ਨਾਲ ਖੁਆਰ ਹੋ ਰਹੇ, ਬਿਖ ਦੇ ਨਾਲ ਲਿਪਤ ਹੈਗੇ ਆ, ਨਾਮ ਤੋਂ ਦੂਰ ਹੈਗੇ ਆ, ਕਹਿੰਦੇ ਉਹਨਾਂ ਨੂੰ ਕੋਈ ਸਿੱਧੀ ਨਹੀਂ ਹੈ। ਕੀ ਸਿੱਧੀ ਹੈ ਉਹਨਾਂ ਨੂੰ? ਕਾਹਦੀ ਬੁੱਧੀ ਹੈ ਉਹਨਾਂ ਦੇ ਕੋਲ? ਸੰਜਮ ਕਾਹਦਾ ਹੈਗਾ? ਨਾ ਉਨ ਸਿੱਧ ਨਾ ਬੁੱਧ ਹੈ, ਨਾ ਸੰਜਮੀ ਫਿਰੇ ਉਤਵਤਾਏ। ਉਤਵਤਾਏ ਮਤਲਬ ਜਿਹੜੇ ਹੈਗੇ ਉਖੜੇ ਹੋਏ ਘੁੰਮਦੇ ਆ ਇੱਧਰ ਉੱਧਰ, ਬਿਲਕੁਲ ਜਿਹੜੇ ਹੈਗੇ ਕਹਿੰਦੇ ਬਸ ਬਿਲਕੁਲ ਪੂਰੀ ਤਰ੍ਹਾਂ ਜਿਹੜੇ ਹੈਗੇ ਆ ਬਸ ਲੱਗੇ ਹੋਏ ਆ ਇਹਦੇ ਸਵਾਦਾਂ ਦੇ ਨਾਲ, ਰਸਾਂ ਕਸਾਂ ਦੇ ਨਾਲ, ਮਾਇਆ ਦੇ ਨਾਲ ਲਿਪਤ ਹੈਗੇ ਪੂਰੇ ਦੇ ਪੂਰੇ। ਨਦਰ ਕਰੇ ਜਿਸ ਆਪਣੀ ਤਿਸ ਨੂੰ ਭਾਵਨੀ ਲਾਏ। ਜਿਸ ਦੇ ਉੱਤੇ ਨਜ਼ਰ ਜਿਹੜਾ ਹੈਗਾ, ਹੁਣ ਫਿਰ ਨਜ਼ਰ ਦੇ ਉੱਤੇ ਆ ਗਏ। ਫਿਰ ਇਹਨਾਂ ਨੇ ਕਹਿਣਾ ਜੀ ਹਾਲੇ ਤਾਂ ਮਾਲਕ ਦੀ ਨਜ਼ਰ ਨਹੀਂ ਹੋਈ, ਜਦ ਹੋਏਗੀ ਤੇ ਆਪਾਂ ਵੀ ਲੱਗ ਜਾਵਾਂਗੇ। ਹਾਲੇ ਤਾਂ ਮਾਲਕ ਦੀ ਨਜ਼ਰ ਸਾਡੇ ਲਈ ਤਾਂ ਆਹੀ ਹੈਗਾ ਵੀ ਖਾਓ ਪੀਓ ਕਰੋ ਆਨੰਦ, ਕਸਮਾਂ ਨੂੰ ਖਾਏ ਪਰਮਾਨੰਦ। ਨਦਰ ਕਰੇ ਜਿਸ ਆਪਣੀ ਤਿਸ ਨੂੰ ਭਾਵਨੀ ਲਾਏ।
ਨਜ਼ਰ ਜਿਹੜਾ ਚਾਹੁੰਦਾ ਆ ਉਹਦੇ ਤੇ ਨਜ਼ਰ ਹੋ ਜਾਂਦੀ ਆ, ਉਸ ਨੂੰ ਉਹਦੇ ਅੰਦਰ ਭਾਵਨਾ ਪੈਦਾ ਹੋ ਜਾਂਦੀ ਹੈ, ਉਸ ਦੇ ਅੰਦਰ ਭਾਵਨਾ ਪੈਦਾ ਹੁੰਦੀ, ਭਾਵਨਾ ਲੱਗ ਜਾ, ਭਾਵਨਾ ਦੇ ਨਾਲ ਭਾਵ ਪਿਆਰ ਪੈਦਾ ਹੋ ਜਾਂਦਾ ਹੈ। ਭਾਵਨਾ ਮਤਲਬ ਪਿਆਰ। ਨਜ਼ਰ ਕਰੇ ਜਿਸ ਆਪਣੀ ਤਿਸ ਨੂੰ ਭਾਵ ਨਹੀਂ ਲਾਏ। ਜਿਹੜਾ ਚਾਹੁੰਦਾ ਹੈ ਪਾਏ ਮਾਲਕ ਵੱਲ ਨੂੰ ਯਾਤਰਾ ਕਰਨਾ, ਉਹਦੇ ਅੰਦਰ ਭਾਵਨਾ ਪੈਦਾ ਹੋ ਜਾਏਗੀ। ਸਤ ਸੰਤੋਖ ਇਹ ਸੰਜਮੀ ਮਨ ਨਿਰਮਲ ਸ਼ਬਦ ਸੁਣਾਏ। ਸਤ, ਉਹਦੀ ਸਤ ਦੀ ਸੰਗਤ ਹੋ ਗਈ, ਦੇਖ ਲਓ ਸਤ ਸੰਗਤ। ਸੰਤੋਖ ਵੀ ਆ ਜਾਏਗਾ ਉਹਦੇ ਅੰਦਰ, ਸੰਜਮ ਵੀ ਆ ਜਾਏਗਾ ਉਹਦੇ ਅੰਦਰ, ਮਨ ਨਿਰਮਲ ਹੋ ਜਾਏਗਾ, ਸ਼ਬਦ ਵੀ ਸੁਣੇਗਾ ਉਹਨੂੰ। ਨਦਰ ਕਰੇ ਜਿਸ ਆਪਣੀ ਤਿਸ ਨੂੰ ਭਾਵਨੀ ਲਾਏ। ਸਤ ਸੰਤੋਖ ਇਹੋ ਸੰਜਮੀ। ਇਹਦਾ ਮਤਲਬ ਸਤ ਵੀ ਚਾਹੀਦਾ ਹੈ ਕਿਉਂਕਿ ਸਤਸੰਗਤ ਚਾਹੀਦੀ ਹੈ, ਸੰਤੋਖ ਵੀ ਚਾਹੀਦਾ ਹੈ ਕਿ ਕਾਹਲੀ ਨਹੀਂ ਵਗਣਾ ਵੀ ਅੱਜ ਦੇ ਅੱਜ ਹੋਏ ਮੈਨੂੰ। ਸੰਜਮ ਵੀ ਚਾਹੀਦਾ ਹੈ, ਮਨ ਜਿਹੜਾ ਹੈਗਾ ਸੰਜਮ ਕਰੇ, ਆਪਣੀ ਸੈਂਸਸ ਤੇ ਕੰਟਰੋਲ ਕਰੇ। ਸਤ ਸੰਤੋਖ ਇਹ ਸੰਜਮੀ ਮਨ ਨਿਰਮਲ ਸ਼ਬਦ ਸੁਣਾਏ। ਲੇਖਾ ਪੜ੍ਹ ਨਾ ਪਹੁੰਚੀਏ ਕਥ ਕਹਿਣੇ ਅੰਤ ਨਾ ਪਾਏ। ਲੇਖਾ ਪੜ੍ਹ ਕੇ ਖਾਲੀ ਜਿਹੜਾ ਹੈਗਾ ਪਰਮਾਤਮਾ ਦਾ ਆਪਾਂ ਨੇ ਗੁਣ ਪੜ੍ਹ ਲਿਆ ਵੀ ਪਰਮਾਤਮਾ ਦੇ ਗੁਣ ਹੈਗੇ ਆ, ਉਹ ਤਾਂ ਬੇਅੰਤ ਗੁਣ ਤੇਰੇ ਆ। ਜਿੰਨੇ ਮਰਜ਼ੀ ਪੜ੍ਹ ਲਈਏ ਉਹਨਾਂ ਨੂੰ, ਉਹ ਗੁਣ ਥੋੜ੍ਹੀ ਨਾ ਆਪਣੇ ਅੰਦਰ ਆ ਜਾਣਗੇ ਭਾਈ ਆਪਣੇ ਆਪ ਪੜ੍ਹਨ ਦੇ ਨਾਲ। ਲੇਖਾ ਪੜ੍ਹ ਨਾ ਪਹੁੰਚੀਏ, ਨਹੀਂ ਪਹੁੰਚ ਸਕਦੇ ਭਾਈ। ਕਥ ਕਹਿਣੇ ਅੰਤ ਨਾ ਪਾਏ। ਕਥਨ ਦੇ ਨਾਲ, ਕਹਿਣ ਦੇ ਨਾਲ ਕੋਈ ਪਰਮਾਤਮਾ ਦਾ ਅੰਤ ਪਾ ਹੀ ਨਹੀਂ ਸਕਦਾ। ਗੁਰ ਤੇ ਕੀਮਤ ਪਾਈ ਹੈ ਸੱਚ ਸ਼ਬਦੇ ਸੋਝੀ ਹੋਏ। ਗੁਰੂ ਤੋਂ ਕੀਮਤ ਪੈਣੀ ਹੈ ਸੱਚੇ ਸ਼ਬਦ ਦੇ। ਹੁਣ ਸੱਚੇ ਸ਼ਬਦ ਦੇ ਦੁਆਰਾ ਜਿਹੜੀ ਹੈਗੀ ਸੂਝ ਹੋ ਜਾਣੀ ਹੈ। ਸੂਝ ਦੇ ਉੱਤੇ ਚੱਲ ਰਿਹਾ ਹੈ ਸ਼ਬਦ। ਬੁੱਝ ਅਬੁੱਝ, ਬੁੱਝਿਆ ਜਾਣਾ ਹੈ। ਗੁਰ ਤੇ ਕੀਮਤ ਪਾਈ ਹੈ ਸੱਚ ਸ਼ਬਦੇ ਸੋਝੀ ਪਾਏ। ਸੱਚੇ ਸ਼ਬਦ ਦੇ ਦੁਆਰਾ, ਸੱਚ ਦੇ ਦੁਆਰਾ, ਸ਼ਬਦ ਦੇ ਦੁਆਰਾ ਸੋਝੀ ਹੋ ਜਾਏਗੀ ਇਨਸਾਨ ਨੂੰ। ਸੱਚ ਦੇ ਨਾਲ ਜੁੜ ਗਿਆ, ਸ਼ਬਦ ਆਟੋਮੈਟਿਕਲੀ ਅੰਦਰ ਚੱਲ ਪੈਣੇ। ਇਹ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਦੇ ਵਿਚਾਰ। ਦੇਖ ਲਓ ਭਾਈ, ਦੇਹੀ ਸੋਧਣ ਨੂੰ ਲਿਖਿਆ ਹੋਇਆ ਮਹਾਰਾਜ ਨੇ। ਕਹਿੰਦੇ ਦੇਖ ਤੇਰੇ ਅੰਦਰ ਜਿਹੜਾ ਹੈਗਾ ਸੁਧਾਈ ਕਰ। ਸੱਤ ਨੂੰ ਲੈ ਕੇ ਆ, ਸੱਤ ਦੀ ਸੰਗਤ ਕਰ ਤੇ ਸੱਚਾ ਆਚਰਣ ਲੈ ਕੇ ਆ। ਤੇਰਾ ਅਵਗੁਣ ਜਿਹੜੇ ਹੈਗੇ, ਇਨਸਾਨ ਜਿਹੜਾ ਹੈਗਾ ਜਦ ਅਵਗੁਣ ਛੱਡ ਦਿੱਤੇ, ਦੇਹੀ ਸੋਧ ਲਈ, ਸਾਰੇ ਸੰਸਕਾਰ ਗਏ ਤੇ ਬਸ ਹੋ ਗਈ ਕਾਰਵਾਈ ਪੂਰੀ। ਫਿਰ ਤਾਂ ਅੰਮ੍ਰਿਤ ਮਿਲਣਾ ਲਾਜ਼ਮੀ ਹੈਗਾ। ਇਹਨਾਂ ਨੇ ਤਾਂ ਰੋਕਿਆ ਹੋਇਆ ਹੈ, ਇਹ ਅਵਗੁਣਾਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ। ਇਹ ਮਨ ਦੇਹੀ ਸੋਧ ਤੂੰ ਗੁਰ ਸ਼ਬਦੇ ਵਿਚਾਰ। ਗੁਰੂ ਦੇ ਸ਼ਬਦ ਦੇ ਦੁਆਰਾ ਤੇ ਵਿਚਾਰ ਦੇ ਦੁਆਰਾ। ਹੁਣ ਇੱਥੇ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਥੋੜ੍ਹਾ ਜਿਹਾ ਰੁਕਣਾ ਪਊਗਾ। ਇਹ ਮਨ ਦੇਹੀ ਸੋਧ ਤੂੰ ਗੁਰ ਸ਼ਬਦੇ ਵਿਚਾਰ। ਹੁਣ ਸ਼ਬਦ ਜਿਹੜਾ ਹੈਗਾ ਇੱਧਰ ਸ਼ਬਦ ਦੀ ਗੱਲ ਕਰ ਰਹੇ ਮਹਾਰਾਜ, ਇੱਧਰ ਵਿਚਾਰ ਦੀ ਗੱਲ ਕਰ ਰਹੇ। ਹੁਣ ਸ਼ਬਦ ਜਿਹੜਾ ਹੈਗਾ ਤੇ ਵਿਚਾਰ। ਸ਼ਬਦ ਜਿਹੜਾ ਹੈਗਾ ਉਹ ਹੈਗਾ, ਉਹਦੇ ਨਾਲ ਆਪਾਂ ਨੇ ਵਿਚਾਰ ਬੰਦ ਕਰਨੇ ਆ। ਔਰ ਇੱਧਰ ਕਹਿ ਰਹੇ ਵਿਚਾਰ ਕਰਨ ਦੇ ਬਾਰੇ। ਇਹਦਾ ਮਤਲਬ ਗਿਆਨ ਔਰ ਧਿਆਨ। ਸ਼ਬਦ, ਧਿਆਨ, ਵਿਚਾਰ, ਗਿਆਨ। ਇਹ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਦੇ ਵਿਚਾਰ। ਕਿਉਂਕਿ ਵਿਚਾਰ ਵਰਡ ਜਿਹੜਾ ਆਇਆ ਹੈਗਾ ਸੌਰੀ ਮਾਫ ਕਰਨਾ ਜੀ, ਵਿਚਾਰ ਵਰਡ ਜਿਹੜਾ ਹੈਗਾ ਰਾਰੇ ਦੀ ਸਿਆਰੀ ਆਈ ਹੈ। ਵਿਚਾਰ ਵਰਡ ਜਿਹੜਾ ਰਾਰਾ ਮੁਕਤਾ ਵੀ ਹੈਗਾ ਬਾਣੀ ਦੇ ਵਿੱਚ। ਵਿਚਾਰ ਵਰਡ ਜਿਹੜਾ ਹੈਗਾ ਰਾਰਾ ਔਂਕੜ ਦੇ ਨਾਲ ਵੀ ਹੈਗਾ। ਇੱਕ ਸੈਕਿੰਡ ਮੈਂ ਨਾ ਉਹ ਡਿਸਪਲੇ ਵੀ ਕਰ ਦੇਣਾ ਹੈ ਜੀ, ਹੋਇਆ ਮੇਰੇ ਕੋਲ ਤੇ। ਨਹੀਂ ਹੈਗਾ ਜੀ। ਵਿਚਾਰ ਵਰਡ ਜਿਹੜਾ ਹੈਗਾ ਇਹ ਤਿੰਨੋਂ ਰੂਪ ਦੇ ਵਿੱਚ ਆਇਆ ਆ। ਤਿੰਨਾਂ ਰੂਪ ਦੇ ਵਿੱਚ ਆਇਆ ਵਿਚਾਰ। ਤੇ ਇੱਥੇ ਜਿਹੜਾ ਹੈ ਰਾਰੇ ਦੀ ਸਿਹਾਰੀ ਦੇ ਨਾਲ ਆ ਰਿਹਾ ਹੈ।
ਇਹ ਮਨ ਦੇਹੀ ਸੋਧ ਤੂੰ ਗੁਰ ਸ਼ਬਦੇ ਵਿਚਾਰ। ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ, ਪਾਈਏ ਗੁਰ ਕੈ ਹੇਤ ਅਪਾਰ। ਸ਼ਬਦ ਕਲੋਜ਼ ਹੋ ਰਿਹਾ, ਕਹਿੰਦੇ ਇਸ ਦੇਹੀ ਦੇ ਅੰਦਰ, ਸਰੀਰ ਦੇ ਅੰਦਰ ਹੀ ਨਾਮ ਖਜ਼ਾਨਾ ਹੈਗਾ ਭਾਈ। ਨਾਮ ਰੂਪੀ ਖਜ਼ਾਨਾ ਤੇਰੇ ਸਰੀਰ ਦੇ ਅੰਦਰ ਹੀ ਮਿਲਣਾ ਹੈ। ਇਸ ਦੇਹੀ, ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ, ਪਾਈਏ ਗੁਰ ਕੈ ਹੇਤ ਪਿਆਰ। ਗੁਰੂ ਦੇ ਨਾਲ ਹੇਤ ਕਰੇਗਾ, ਗੁਰ ਕੈ ਹੇਤ ਅਪਾਰ, ਗੁਰੂ ਦੇ ਨਾਲ ਪਿਆਰ ਪਾ ਲਏਗਾ। ਉਹ ਇੰਟਰਨ ਮਾਲਕ ਪਰਮਾਤਮਾ ਜਿਹੜਾ ਹੈਗਾ, ਉਹਦੇ ਨਾਲ ਜਿਹੜਾ ਹੈਗਾ ਪਿਆਰ ਹੋ ਜਾਏਗਾ ਤੇਰਾ। ਅਤੇ ਔਰ ਇਹਦੇ ਨਾਲ ਜਿਹੜਾ ਹੈਗਾ ਇਹ ਨਾਮ ਅੰਮ੍ਰਿਤ, ਨਾਮ ਖਜ਼ਾਨਾ ਆਪਾਂ ਨੂੰ ਮਿਲੇਗਾ। ਆਸਾ ਮਹਲਾ ਤੀਜਾ। ਸੱਚ ਰਤੀਆਂ ਸੁਹਾਗਣੀ, ਜਿਨ੍ਹਾਂ ਗੁਰ ਕੈ ਸ਼ਬਦੇ ਸਿੰਗਾਰ। ਦੇਖੋ ਇਹ ਸ਼ਬਦ ਬਾਰ ਆਉਂਦਾ ਹੈ, ਗੁਰ ਕੈ ਸ਼ਬਦੇ ਸਿੰਗਾਰ। ਹੁਣ ਸ਼ਬਦ ਤਾਂ ਪੂਰੀ ਜਿਹੜੀ ਹੈਗੀ ਗੁਰਬਾਣੀ ਵੀ ਪੂਰੀ ਦੀ ਪੂਰੀ ਜਿਹੜੀ ਹੈਗੀ ਗੁਰੂ ਦੇ ਸ਼ਬਦ ਹੈਗੇ। ਉਹ ਗੁਰੂ ਆ ਗਿਆ ਉਹਦੇ ਵਿੱਚ। ਗੁਰੂ ਦਾ ਮਤਲਬ ਹੈ ਗੁਰਬਾਣੀ, ਗੁਰੂ ਦੀ ਮੱਤ। ਗੁਰ ਕੈ ਸ਼ਬਦ ਅੰਦਰ ਪ੍ਰਗਟ ਹੋਣਾ ਹੈ। ਸ਼ਬਦ ਅਭਿਆਸ ਉਹਦੀ ਗੱਲ ਕਰ ਰਹੇ ਮਹਾਰਾਜ। ਸਿੰਗਾਰ, ਆਹ ਸਿੰਗਾਰ ਆਏਗਾ ਜਿਹਦੇ ਅੰਦਰ ਆਹ ਰੂਟੀਨ ਹੋਏਗਾ, ਜਿਹਦਾ ਇਸ ਤਰੀਕੇ ਦੇ ਨਾਲ ਜਿਹੜੀ ਹੈਗੀ ਆਪਣੇ ਆਪ ਨੂੰ ਸਿੰਗਾਰਨਾ ਸ਼ੁਰੂ ਕਰੇਗੀ। ਅਤੇ ਜਿਹੜਾ ਵੀ ਇਨਸਾਨ ਜਿਹੜਾ ਹੈਗਾ ਪਰਮੇਸ਼ਰ ਦੇ ਰਸਤੇ ਦੇ ਉੱਤੇ ਜਿਹੜੀ ਚੋਇਸ ਕਰ ਲਈ ਚੱਲਣ ਦੀ, ਉਹ ਸੁਹਾਗਣ ਹੋ ਗਈ। ਹੁਣ ਸੁਹਾਗ ਉਹਨੂੰ ਮਾਲਕ ਪਰਮਾਤਮਾ ਦਾ ਮਿਲਾਪ ਹੋਣਾ ਆ, ਉਹ ਬਾਕੀ ਰਹਿ ਗਿਆ। ਸੱਚ ਰਤੀਆਂ ਸੁਹਾਗਣੀ, ਜਿਨ੍ਹਾਂ ਗੁਰ ਕੈ ਸ਼ਬਦੇ ਸਿੰਗਾਰ। ਕਰ ਹੀ ਸੋ ਪਿਰ ਪਾਇਆ, ਸੱਚੇ ਸ਼ਬਦੇ ਵਿਚਾਰ। ਦੇਖੋ ਫਿਰ ਆ ਰਿਹਾ ਸੱਚੇ ਸ਼ਬਦੇ ਵਿਚਾਰ। ਕਰ ਹੀ ਸੋ ਪਿਰ ਪਾਇਆ, ਘਰ ਦੇ ਅੰਦਰ ਹੀ ਮਾਲਕ ਨੇ ਪ੍ਰਗਟ ਹੋ ਜਾਣਾ ਹੈ ਸੱਚੇ ਸ਼ਬਦ ਦੇ ਦੁਆਰਾ ਔਰ ਵਿਚਾਰ ਦੇ ਦੁਆਰਾ। ਵਿਚਾਰਨਾ ਕੀ ਹੈਗਾ? ਵਿਚਾਰਨਾ ਹੈਗਾ ਆਪਾਂ ਨੇ ਗੁਰੂ ਦੀ ਮੱਤ ਨੂੰ ਵਿਚਾਰਨਾ ਹੈ। ਔਰ ਸ਼ਬਦ ਦੇ ਦੁਆਰਾ ਕੀ ਹੈਗਾ? ਉਹ ਧਿਆਨ ਸਿਮਰਨ ਹੈਗਾ। ਤਾਂ ਵਿਚਾਰ, ਕਿਉਂਕਿ ਰਾਰੇ ਦੀ ਸਿਆਰੀ ਕਿਉਂ ਆਈ ਹੈ ਇੱਥੇ ਔਂਕੜ ਕਿਉਂ ਨਹੀਂ ਆਈ ਇੱਥੇ? ਜਿਹੜਾ ਹੈਗਾ ਚਲੋ ਔਂਕੜ ਨਹੀਂ ਤੇ ਖਾਲਸ ਮੁਕਤਾ ਹੋਣਾ ਚਾਹੀਦਾ ਰਾਰਾ। ਇਹ ਨਾ ਇੱਕ ਸੈਕਿੰਡ ਮੈਂ ਨਾ ਲੈ ਹੀ ਲੈਣਾ ਕਿ ਬਾਰ ਬਾਣੀ ਦੇ ਵਿੱਚ ਆ ਰਿਹਾ ਹੈ। ਵਿਚਾਰ ਮਾਰੇ ਤਰ੍ਹਾਂ ਤਾਰੇ। ਹਾਂ, ਵਿਚਾਰ ਵਰਡ ਜਿਹੜਾ ਹੈ ਨਾ ਵੀਰ ਜੀ, ਉਹ 3 ਰੂਪ 'ਚ ਆਇਆ ਹੈ। ਮੈਂ ਉਹ ਚੀਜ਼ ਜਿਹੜਾ ਹੈਗਾ ਉਹ ਸੰਗਤ ਦੇ ਸਾਹਮਣੇ ਲਿਆਉਣਾ ਚਾਹੁੰਦਾ। ਵਿਚਾਰ ਵਰਡ ਜਿਹੜਾ ਆਇਆ 3 ਰੂਪ ਦੇ ਵਿੱਚ ਆਇਆ। ਵਾਹ ਤੇ ਇੱਕ ਤਾਂ ਮੋਬਾਈਲ ਦੇ ਉੱਤੇ ਨਾ ਛੋਟੇ ਅੱਖਰ ਹੁੰਦੇ ਆ। ਲਓ ਜੀ, ਡਿਸਪਲੇ ਮੈਂ ਡਿਸਪਲੇ ਕਰਤਾ ਹੈ। 3 ਰੂਪ ਦੇ ਵਿੱਚ ਆਇਆ ਵਿਚਾਰ ਵਰਡ। ਇੱਕ ਵਿਚਾਰ ਰਾਰੇ ਦੇ ਨਾਲ, ਔਂਕੜ ਦੇ ਨਾਲ ਵੀ ਆਇਆ, ਅਤੇ ਇੱਕ ਜਿਹੜਾ ਹੈਗਾ ਉਹਦੇ ਉਸ ਤਰ੍ਹਾਂ ਵੀ ਆਇਆ, ਮੁਕਤਾ ਵੀ ਆਇਆ ਵਿਚਾਰ। ਆਪਾਂ ਮੁਕਤਾ ਵੀ ਰਾਰਾ ਵੀ ਮੈਂ ਟਾਈਪ ਨਹੀਂ ਕੀਤਾ ਹਾਲੇ, ਖਾਲੀ 2 ਅੱਖਰ ਦੇ ਨਾਲ ਹੀ ਆ ਗਿਆ। ਆਹ ਦੇਖੋ ਮੁਕਤਾ ਵੀ ਆ ਗਿਆ। ਇਹਦੇ ਵਿੱਚ ਜਿਹੜਾ ਹੈਗਾ ਦੋਨੋਂ ਦੇ ਦੁਆਰਾ ਦੋਨੋਂ ਟਾਈਪ ਦਾ ਵਿਚਾਰ ਆ ਜਾਂਦਾ ਹੈ। ਵਿਚਾਰ ਵਰਡ ਜਿਹੜਾ ਹੈਗਾ ਇਹ ਦੇਖ ਲੈਣਾ ਜੀ। ਆਪਾਂ ਵਾਪਸ ਆਈਏ ਉੱਤੇ। ਸੱਚ ਰਤੀਆਂ ਸੁਹਾਗਣੀ, ਜਿਨ੍ਹਾਂ ਗੁਰ ਕੈ ਸ਼ਬਦੇ ਸਿੰਗਾਰ। ਕਰ ਹੀ ਸੋ ਪਿਰ ਪਾਇਆ, ਸੱਚੇ ਸ਼ਬਦੇ ਵਿਚਾਰ। ਅਵਗਣ ਗੁਣੀ ਬਖਸ਼ਾਇਆ, ਹਰਸਿਓ ਲਿਵ ਲਾਈ। ਅਵਗਣ ਦੇਖੋ, ਅਵਗਣ ਜਿਹੜੇ ਹੈਗੇ ਗੁਣਾਂ ਦੇ ਨਾਲ ਬਖਸ਼ੇ ਜਾਣੇ। ਗੁਣੀ ਨੇ, ਪਰਮਾਤਮਾ ਨੇ ਅਵਗੁਣ ਬਖਸ਼ ਦੇਣੇ। ਗੁਣ ਪ੍ਰਗਟ ਹੋ ਜਾਣੇ, ਅਵਗੁਣ ਚਲੇ ਜਾਣੇ।
ਦੋਨੋਂ ਚੀਜ਼ਾਂ ਆਪਾਂ ਲੈ ਕੇ ਆ ਰਹੇ ਹਾਂ। ਦੋਨੋਂ ਚੀਜ਼ਾਂ ਇਨਸਾਨ ਦੇ ਅੰਦਰ ਹੁੰਦੀਆਂ, ਗੁਣ ਵੀ ਹੁੰਦੇ ਆ, ਅਵਗੁਣ ਵੀ ਹੁੰਦੇ। ਬਸ ਜਿਹੜੀ ਚੀਜ਼ ਨੂੰ ਯੂਜ਼ ਕਰਦੇ ਹਾਂ, ਜਿਹੜੀ ਚੀਜ਼ ਪ੍ਰਗਟ ਹੋ ਜਾਂਦੀ ਆ, ਬਸ ਉਹਦਾ ਬੋਲਬਾਲਾ ਹੋ ਜਾਂਦਾ ਹੈ। ਦੂਜੀ ਜਿਹੜੀ ਹੈਗੀ ਛੁਪ ਜਾਂਦੀ ਹੈ। ਅਵਗੁਣ ਗੁਣੀ ਬਖਸ਼ਾਇਆ ਹਰ ਸਿਉ ਲਿਵ ਲਾਈ, ਇਸ ਤਰ੍ਹਾਂ ਪਰਮੇਸ਼ਰ ਦੇ ਨਾਲ ਲਿਵ ਲੱਗ ਜਾਂਦੀ ਹੈ। ਜਦ ਅਵਗੁਣ ਚਲੇ ਗਏ ਤੇ ਫਿਰ ਪਰਮਾਤਮਾ ਆਏਗਾ, ਲਾਜ਼ਮੀ ਅੰਮ੍ਰਿਤ ਆਏਗਾ। ਹਰ ਵਰ ਪਾਇਆ ਕਾਮਣੀ ਗੁਰ ਮੇਲ ਮਿਲਾਈ। ਗੁਰੂ ਨੇ ਕਿਰਪਾ ਕੀਤੀ ਹੈ, ਗੁਰੂ ਦੇ ਦੁਆਰਾ ਸਾਰਾ ਕੁਝ ਹੋਇਆ ਹੈ ਔਰ ਪਰਮਾਤਮਾ ਵਰ ਮਿਲ ਗਿਆ। ਸੁਹਾਗਣੀ ਸੀਗੀ ਜਿਹਨੇ ਮਾਲਕ ਵੱਲ ਨੂੰ ਜਿਹੜਾ ਹੈਗਾ, ਮਾਲਕ ਨੂੰ ਸੁਹਾਗ ਮੰਨ ਲਿਆ ਸੀਗਾ, ਜਿਹਦੇ ਅੰਦਰ ਜਿਹਨੇ ਆਪਣਾ ਉਹਨੂੰ ਫਿਰ ਜਿਹੜਾ ਹੈਗਾ ਗੁਰੂ ਨੇ ਇਸ ਤਰੀਕੇ ਦੇ ਨਾਲ ਉਹਨੂੰ ਪਰਮਾਤਮਾ ਵਰ ਪ੍ਰਗਟ ਹੋ ਗਿਆ ਉਹਦੇ ਅੰਦਰ। ਰਹਾਓ ਇੱਕ ਪਿਰ ਹਦੂਰ ਨਾ ਜਾਣਨੀ, ਦੂਜਾ ਪਰਮ ਭੁਲਾਏ। ਹੁਣ ਮਾਲਕ ਤਾਂ ਆਪਣੇ ਪਿਆਰਾ ਪਰਮਾਤਮਾ ਆਪਣੇ ਅੰਦਰ ਹੈ, ਨਾਲ ਹੈ ਆਪਣੇ, ਇੱਕੋ ਹੀ ਸੇਜਾ ਦੇ ਉੱਤੇ ਹੈਗੇ, ਪਰ ਜਿਹੜਾ ਹੈਗਾ ਨਹੀਂ ਪਤਾ ਲੱਗਦਾ। ਇੱਕ ਪਿਰ ਹਦੂਰ ਨਾ ਜਾਣਨੀ, ਕਿਉਂ ਨਹੀਂ ਜਾਣਦੇ? ਸਾਰੇ ਜਿੰਨੇ ਵੀ ਮਨੁੱਖ ਆ ਰਹੇ ਆ ਉਹਨਾਂ ਦੇ ਅੰਦਰ ਪਰਮਾਤਮਾ ਤਾਂ ਬਿਲਕੁਲ ਬੈਠਾ ਹੋਇਆ, ਅੰਦਰ ਪਰਮਾਤਮਾ ਤਾਂ ਹਰੇਕ ਦੇ ਅੰਦਰ ਹੈਗਾ, ਪਰ ਨਹੀਂ ਉਹਦੀ ਹਜ਼ੂਰੀ ਆਪਾਂ ਨਹੀਂ ਜਾਣਦੇ, ਸਿਆਣਦੇ ਨਹੀਂ। ਆਪਾਂ ਤਾਂ ਕਹਿੰਦੇ ਆਪਾਂ ਇਕੱਲੇ ਹੈਗੇ। ਇੱਕ ਪਿਰ ਹਦੂਰ ਨਾ ਜਾਣਨੀ, ਦੂਜੇ ਭਰਮ ਭੁਲਾਏ। ਹਦੂਰ ਦਾ ਮਤਲਬ ਹੈ ਬਿਲਕੁਲ ਪ੍ਰੈਜ਼ੈਂਟ, ਮਾਲਕ ਦੀ ਹਦੂਰੀ ਵਿੱਚ ਹੀ ਹੈ ਆਪਾਂ, ਆਪਣੇ ਬਿਲਕੁਲ ਮਾਲਕ ਅੰਗ ਸੰਗ ਹੈਗਾ। ਇੱਕ ਪਿਰ ਹਦੂਰ ਨਾ ਜਾਣਨੀ, ਦੂਜਾ ਭਰਮ ਭੁਲਾਏ। ਕਿਉਂਕਿ ਮਾਇਆ ਦੇ ਵਿੱਚ, ਡੁਐਲਿਟੀ ਦੇ ਵਿੱਚ, ਭਰਮਾਂ ਦੇ ਵਿੱਚ ਭੁੱਲੇ ਪਏ ਹਾਂ ਆਪਾਂ। ਕਿਉਂ ਪਾਏ ਦੁਹਾਗਣੀ ਦੁਖੀ ਰਹਿਣ ਵਿਆਏ। ਔਰ ਕਹਿੰਦੇ ਉਹਨਾਂ ਦੀ ਮਨੁੱਖੀ ਜੂਨ ਇਹ ਰਾਤ ਇਸ ਤਰੀਕਾਂ ਦੇ ਦੁੱਖਾਂ ਦੇ ਵਿੱਚ ਗੁਜ਼ਰ ਜਾਂਦੀ ਹੈ ਔਰ ਉਹ ਜਿਹੜੀਆਂ ਦੁਹਾਗਣਾ ਹੀ ਰਹਿੰਦੀਆਂ। ਦੁਹਾਗਣਾ ਕਿਉਂਕਿ ਦੋ ਦੇ ਵਿੱਚ ਹੈਗੀਆਂ, ਉਹਨਾਂ ਨੇ ਪ੍ਰੀਫਰੈਂਸ ਦਿੱਤੀ ਹੋਈ ਆ ਦੋ ਨੂੰ, ਸਵਾਦਾਂ ਨੂੰ, ਰਸਕਸ ਨੂੰ, ਭੋਗ ਵਿਲਾਸ ਨੂੰ, ਦੁਨੀਆ ਦੇ ਪਦਾਰਥਾਂ ਨੂੰ। ਕਹਿੰਦੇ ਉਹ ਕਿਵੇਂ ਪਾ ਸਕਦੀਆਂ ਫਿਰ ਪਰਮਾਤਮਾ ਨੂੰ, ਸੁਹਾਗ ਨੂੰ? ਫਿਰ ਦੁਖੀ ਰਹਿਣ ਵੀ ਉਹਨਾਂ ਦੀ ਰਾਤ ਗੁਜ਼ਰ ਜਾਂਦੀ ਹੈ ਦੁੱਖ ਦੇ ਵਿੱਚ। ਫਿਰ ਉਹਨਾਂ ਦੀ ਚੋਇਸ ਹੈ, ਉਹਨਾਂ ਦੀ ਆਪਣੀ ਪਕੜ ਹੈਗੀ, ਉਹਨਾਂ ਦੀ ਆਪਣੀ ਇੱਛਾ ਹੈਗੀ। ਜਿਨਕੇ ਮਨ ਸੱਚ ਵਸਿਆ ਸੱਚੀ ਕਾਰ ਕਮਾਏ। ਆਹ ਦੇਖੋ, ਜਿਨ੍ਹਾਂ ਦੇ ਮਨ 'ਚ ਸੱਚ ਵਸ ਗਿਆ, ਕਹਿੰਦੇ ਮੈਨੂੰ ਨਹੀਂ ਇਹ ਸਵਾਦ ਚਾਹੀਦੇ, ਮੈਨੂੰ ਨਹੀਂ ਖਿਡੌਣੇ ਚਾਹੀਦੇ, ਮੈਨੂੰ ਤੂੰ ਚਾਹੀਦਾ ਹੈ। ਬੱਚੇ ਤੱਕ ਬਹੁਤ ਦੇਖੋ, ਕਈ ਬੱਚੇ ਐਸੇ ਹੁੰਦੇ ਬਿਲਕੁਲ ਕਹਿੰਦੇ ਉਹ ਮੰਨਦੇ ਹੀ ਨਹੀਂ, ਜੋ ਮਰਜ਼ੀ ਦੇ ਉਹ ਤਾਂ ਲੱਤ ਮਾਰਦੇ, ਬਿਲਕੁਲ ਪਰੇ ਸੁੱਟ ਦਿੰਦੇ ਆ। ਕਹਿੰਦੇ ਗੋਦੀ ਚੁੱਕ ਮੈਨੂੰ। ਜਿਨਕੇ ਮਨ ਸੱਚ ਵਸਿਆ ਸੱਚੀ ਕਾਰ ਕਮਾਏ। ਉਹ ਸੱਚ ਦੀ ਕਾਰ ਕਮਾਉਂਦੇ ਆ, ਫਿਰ ਸੱਚੀ ਕਾਰ ਕਮਾਉਂਦੇ ਆ। ਕੀ ਕਰਦੇ ਆ? ਅਨਦਿਨ ਸੇਵਾ ਸਹਿਜ ਸਿਉ ਸੱਚੇ ਮਾਹੇ ਸਮਾਏ। ਅਨਦਿਨ ਜਿਹੜੇ ਹੈਗੇ ਸਹਿਜ ਦੇ ਵਿੱਚ ਜਿਹੜੇ ਹੈਗੇ ਆ ਆਜ ਸੇਵਾ ਕਰਦੇ ਆ, ਧਿਆਨ ਸਿਮਰਨ ਕਰਦੇ ਆ, ਸੱਚੇ ਦੇ ਵਿੱਚ ਸਮਾਈ ਜਾਂਦੇ ਆ। ਦੁਹਾਗਣੀ ਭਰਮ ਭੁਲਾਈਆਂ ਕੂੜ ਬੋਲ ਬਿਖ ਖਾਏ। ਦੁਹਾਗਣਾ ਜਿਹੜੇ ਹੈਗੇ ਜਿਨ੍ਹਾਂ ਨੇ ਮਾਇਆ ਨੂੰ, ਰਸਕਸ ਨੂੰ, ਚੋਗੇ ਨੂੰ ਪ੍ਰੀਫਰੈਂਸ ਦਿੱਤੀ ਆ, ਤੇ ਉਹ ਤਾਂ ਕਹਿੰਦੇ ਫਿਰ ਤਾਂ ਇਹ ਤਾਂ ਭੂਲ ਭੁਲੇਆ ਸੀਗਾ, ਇਹ ਤਾਂ ਟਰੈਪ ਸੀਗੀ, ਇਹ ਤਾਂ ਭਰਮ ਸੀਗਾ, ਇਹ ਤਾਂ ਸੱਚ ਹੈ ਹੀ ਨਹੀਂ, ਇਹ ਤਾਂ ਝੂਠ ਸੀਗਾ ਭਾਈ, ਇਹ ਤਾਂ ਜ਼ਹਿਰ ਆ ਭਾਈ। ਫਿਰ ਜ਼ਹਿਰ ਹੀ ਖਾ ਰਹੇ ਹੋ ਤੇ ਜ਼ਹਿਰ ਹੀ ਚੜੇਗੀ। ਫਿਰ ਦੁਹਾਗਣੀ ਭਰਮ ਭੁਲਾਈਆਂ ਕੂੜ ਬੋਲ ਬਿਖ ਖਾਏ। ਫਿਰ ਨਾ ਜਾਣਨ ਆਪਣਾ ਸੁੰਜੀ ਸੇਜ ਦੁੱਖ ਪਾਏ। ਸੇਜਾ ਸੁੰਜੀ ਰਹਿੰਦੀ ਹੈ, ਅੰਦਰ ਪਰਮਾਤਮਾ ਹੈਗਾ, ਕੰਧ ਹੈਗੀ ਆ। ਫਿਰ ਨਾ ਜਾਣਨ ਆਪਣਾ, ਨਹੀਂ ਜਾਣਦੇ ਮਾਲਕ ਪਰਮਾਤਮਾ ਦੇ ਨਾਲ, ਉਹਨੂੰ ਪਰਮਾਤਮਾ ਦਾ ਸਾਥ ਨਹੀਂ ਪਾਉਂਦੇ। ਸੁੰਜੀ ਸੇਜ ਦੁੱਖ ਪਾਏ। ਸੱਚਾ ਸਾਹਿਬ ਏਕ ਹੈ ਮਤ ਮਨ ਭਰਮ ਭੁਲਾਏ। ਕਹਿੰਦੇ ਇਹ ਮੇਰੇ ਮਨਾ, ਉਹ ਸੱਚਾ ਮਾਲਕ ਪਰਮਾਤਮਾ ਇੱਕੋ ਹੀ ਹੈਗਾ। ਤੂੰ ਨਾ ਭੁਲੇਖੇ 'ਚ ਜਾ, ਤੂੰ ਨਾ ਭੁਲੇਖੇ 'ਚ ਪੈ। ਇਹ ਮੇਰੇ ਮਨ, ਤੂੰ ਗਿਆਨ ਲੈ ਰਿਹਾ, ਤੂੰ ਨਾ ਭੁਲੇਖੇ 'ਚ ਪੈ। ਸੱਚਾ ਸਾਹਿਬ ਏਕ ਹੈ ਮਤ ਮਨ ਭਰਮ ਭੁਲਾਏ। ਗੁਰ ਪੂਛ ਸੇਵਾ ਕਰੇ ਸੱਚ ਨਿਰਮਲ ਮਨ ਵਸਾਏ। ਦੇਖ ਲਓ ਭਾਈ, ਕਹਿੰਦੇ ਗੁਰੂ ਨੂੰ ਪੁੱਛ ਕੇ, ਗੁਰੂ ਦਾ ਗਿਆਨ ਲੈ ਕੇ, ਜਿਵੇਂ ਗੁਰੂ ਕਹਿ ਰਿਹਾ ਆ ਉਵੇਂ ਦਾ ਕੰਮ ਕਰ। ਗੁਰਪੂਛ ਸੇਵਾ ਕਰੇ ਸੱਚ ਨਿਰਮਲ ਮਨ ਵਸਾਏ। ਉਹ ਸੱਚ ਨੂੰ, ਨਿਰਮਲ ਨੂੰ, ਮਾਲਕ ਪਰਮਾਤਮਾ ਨੂੰ ਮਨ 'ਚ ਵਸਾ, ਨਿਰਮਲ ਹੋ ਜਾਏਗਾ। ਉਹਦੇ ਨਾਮ ਨੂੰ ਮਨ 'ਚ ਵਸਾ। ਗੁਰਪੂਛ ਸੇਵਾ ਕਰੇ ਸੱਚ ਨਿਰਮਲ ਮਨ ਵਸਾਏ।
ਸੁਹਾਗਣੀ ਸਦਾ ਪਿਰ ਪਾਇਆ ਹਉਮੈ ਆਪ ਗਵਾਏ। ਬਸ ਸੁਹਾਗਣਾ ਜਿਹੜੀਆਂ ਹੈਗੀਆਂ, ਜਿਹੜੀਆਂ ਚੱਲ ਪਈਆਂ, ਸ਼ਿੰਗਾਰ ਕਰ ਰਹੀਆਂ ਨਾਮ ਦੇ ਦੁਆਰਾ, ਧਿਆਨ ਦੇ ਦੁਆਰਾ, ਸੱਚ ਦੇ ਨਾਲ, ਸੱਚੇ ਆਚਰਣ ਦੇ ਦੁਆਰਾ, ਉਹ ਹਮੇਸ਼ਾ ਵਾਸਤੇ ਮਾਲਕ ਪਰਮਾਤਮਾ ਦਾ ਸਾਥ ਮਾਣ ਲੈਂਦੀਆਂ ਭਾਈ। ਖੇਡ ਜਿੱਤ ਲਈ ਬਸ ਫਿਰ ਖਤਮ ਹੈ। ਫਿਰ ਥੋੜ੍ਹੀ ਨਾ ਬਾਰ-ਬਾਰ ਜਾ ਕੇ ਜਿਹੜਾ ਪੇਪਰ ਕਰਨਾ ਪਊਗਾ, ਬਾਰ-ਬਾਰ ਜਿਹੜਾ ਹੈਗਾ ਮਨੁੱਖ ਸਰੀਰ 'ਚ ਉਲਟਾ ਲਟਕ ਕੇ ਆਉਣਾ ਪਊਗਾ। ਸੁਹਾਗਣੀ ਸਦਾ ਪਿਰ ਪਾਇਆ ਹਉਮੈ ਆਪ ਗਵਾਏ। ਉਹਨਾਂ ਦੀ ਹਉਮੈ ਔਰ ਆਪ ਜਿਹੜਾ ਹੈਗਾ ਕਰਤਾਪੁਣਾ ਖਤਮ ਹੋ ਜਾਂਦਾ ਹੈ। ਉੱਥੇ ਤਾਂ ਰਹਿੰਦਾ ਹੀ ਨਹੀਂ ਦੂਜਾ, ਉੱਥੇ ਤਾਂ ਇੱਕ ਰਹਿੰਦਾ ਮਾਲਕ ਪਰਮਾਤਮਾ। ਫਿਰ ਸੇਤੀ ਅਨਦਿਨ ਗਹਿ ਰਹੀ ਸੱਚੀ ਸੇਜ ਸੁਖ ਪਾਏ। ਕਹਿੰਦੇ ਉਹ ਤਾਂ ਇੱਕ ਮਿੱਕਿਆ ਮਾਲਕ ਪਰਮਾਤਮਾ ਦੇ ਨਾਲ। ਫਿਰ ਸੇਤੀ ਅਨਦਿਨ ਗਹਿ ਰਹੀ। ਦੇਖੋ ਕੀ ਕਹਿ ਰਹੀ ਹੈ ਬਾਣੀ। ਜਿਹਨੂੰ ਮਾਲਕ ਪਰਮਾਤਮਾ ਮਿਲ ਗਿਆ, ਸੁਹਾਗ ਮਿਲ ਗਿਆ, ਜਿਹੜਾ ਪਤੀ ਪ੍ਰਗਟ ਹੋ ਗਿਆ, ਉਹਨੇ ਸਰੀਰ ਦੇ ਵਿੱਚ ਹੀ ਪ੍ਰਗਟ ਹੋਣਾ ਹੈ। ਮਨੁੱਖਾ ਸਰੀਰ ਜਦ ਤੱਕ ਹੈਗਾ ਤਦ ਤੱਕ ਪ੍ਰੋਬੇਬਿਲਿਟੀ ਹੈਗੀ, ਚਾਂਸ ਹੈਗਾ। ਅਨਦਿਨ ਜਿਹੜੇ ਗੁਜ਼ਰ ਰਹੇ ਆ, ਫਿਰ ਸੇਤੀ ਅਨਦਿਨ ਕਹਿ ਰਹੀ। ਬਸ ਉਹ ਤਾਂ ਇੱਕ ਮਿਕ ਹੈਗੀ ਆ। ਸੱਚੀ ਸੇਜ ਸੁਖ ਪਾਏ। ਸੱਚੀ ਸੇਜ ਅਤੇ ਸੁਖ ਆ ਦੋਨੋਂ ਇੱਕ ਮਿਕ ਹੈਗੇ, ਪਰਮਾਤਮਾ ਦੇ ਗਲ ਦੇ ਨਾਲ ਚਿੰਬੜੀ ਹੋਈ ਹੈ। ਫਿਰ ਸੇਤੀ ਅਨਦਿਨ ਗਹਿ ਰਹੀ ਸੱਚੀ ਸੇਜ ਸੁਖ ਪਾਏ। ਮੇਰੀ ਮੇਰੀ ਕਰ ਗਏ ਪੱਲੇ ਕਿਛ ਨਾ ਪਾਏ। ਜਿਹੜੇ ਮਾਇਆ ਦੇ ਵਿੱਚ ਜਿਹੜੇ ਹੈ, ਸਵਾਦਾਂ ਦੇ ਵਿੱਚ, ਇਹ ਵਿਖੇ ਦੇ ਵਿੱਚ ਜਿਹੜੇ ਹੈਗੇ, ਬਸ ਇਹ ਪਦਾਰਥ ਪੰਜਾਂ ਤੱਤਾਂ ਦੀ ਰਚਨਾ ਮੇਰੀ ਮੇਰੀ ਕਰਕੇ ਕਹਿੰਦੇ ਆ ਚਲੇ ਗਏ ਭਾਈ ਤੇਰੇ ਤੋਂ ਪਹਿਲਾਂ, ਬਥੇਰੇ ਚਲੇ ਗਏ, ਪੱਲੇ ਕੁਛ ਨਹੀਂ ਲੈ ਕੇ ਗਏ, ਕੁਛ ਵੀ ਨਹੀਂ ਮਿਲਿਆ। ਮੇਰੀ ਮੇਰੀ ਕਰ ਗਏ ਪੱਲੇ ਕਿਛ ਨਾ ਪਾਏ। ਮਹਿਲ ਨਾਹੀ ਦੁਹਾਗਣੀ ਅੰਤ ਗਈ ਪਛਤਾਏ। ਔਰ ਜਿਹੜੀ ਮਾਇਆ ਦੇ ਨਾਲ ਹੀ ਜੁੜੀ ਰਹਿ ਗਈ, ਝੂਠ ਦੇ ਨਾਲ ਹੀ, ਦੁਹਾਗਣ ਹੀ ਰਹੀ, ਡੁਆਲਿਟੀ ਦੇ ਨਾਲ, ਇੱਕ ਮਾਲਕ ਅਤੇ ਦੂਜੀ ਜਿਹੜੀ ਦੁਨੀਆ, ਕੁਦਰਤ, ਪੰਜਾਂ ਤੱਤਾਂ ਦੀ ਰਚਨਾ, ਉਹ ਤਾਂ ਦੁਹਾਗਣੀ ਹੈ ਭਾਈ। ਉਹਨੇ ਚੂਜ਼ ਕੀਤਾ ਹੋਇਆ, ਫਿਰ ਪਛਤਾਉਂਦੀ ਹੈ, ਕੁਛ ਪੱਲੇ ਮਿਲਿਆ ਹੀ ਨਹੀਂ। ਸੋ ਫਿਰ ਮੇਰਾ ਏਕ ਹੈ ਏਕਸ ਸਿਉ ਲਿਵ ਲਾਏ। ਕਹਿੰਦੇ ਉਹ ਮੇਰਾ ਮਾਲਕ ਪਰਮਾਤਮਾ ਪਿਆਰਾ ਇੱਕ ਹੈ। ਸੋ ਫਿਰ ਮੇਰਾ ਇੱਕ ਹੈ ਔਰ ਸਾਰਿਆਂ ਦਾ ਹੀ ਹੈ ਉਹ। ਫਿਰ ਉਸੇ ਨਾਲ ਕਹਿੰਦੇ ਲਿਵ ਲਗਾ। ਨਾਨਕ ਜੇ ਸੁਖ ਲੋਣੇ ਕਾਮਣੀ ਹਰ ਕਾ ਨਾਮ ਮਨੇ ਵਸਾਏ। ਹੇ ਇਨਸਾਨ, ਚਾਂਸ ਹੈਗਾ ਹਾਲੇ ਵੀ। ਜੇ ਸੁਖ ਚਾਹੁੰਦਾ ਹੈ, ਸੁਖ ਕੱਖੇ ਨੂੰ ਔਂਕੜ ਲੱਗੀ ਹੈ, ਜੇ ਸੁਖ ਚਾਹੁੰਦਾ ਹੈ ਹੇ ਮੇਰੇ ਮਨਾ, ਹੇ ਕਾਮਣੀ, ਹੇ ਸੋਹਣੀ ਜੀਵ ਇਸਤਰੀ ਹੈ, ਜੇ ਸੁਖ ਸੁਖੀ ਹੋਣਾ ਚਾਹੁੰਦੀ ਹੈ, ਪਰਮੇਸ਼ਰ ਦੇ ਨਾਮ ਨੂੰ ਮਨ ਦੇ ਵਿੱਚ ਵਸਾ ਲਾ। ਨਾਮ ਨੂੰ ਪ੍ਰਾਪਤ ਕਰਨਾ ਹੈ, ਨਾਮ ਦੇ ਵਾਸਤੇ ਹੀ ਮਨੁੱਖ ਸਰੀਰ ਮਿਲਿਆ ਹੋਇਆ ਹੈ। ਆਸਾ ਮਹਲਾ ਤੀਜਾ। ਅੰਮ੍ਰਿਤ ਜਿਨ੍ਹਾਂ ਚਖਾਇਨ ਰਸ ਆਇਆ ਸਹਿਜ ਸੁਭਾਏ। ਜਿਨ੍ਹਾਂ ਨੇ ਹੁਣ ਅੰਮ੍ਰਿਤ ਚੱਖ ਲਿਆ, ਨਾਮ, ਅੰਮ੍ਰਿਤ ਤੇ ਨਾਮ ਇੱਕੋ ਹੀ ਹੈ। ਜਿਨ੍ਹਾਂ ਨੇ ਚੱਖ ਲਿਆ, ਟੇਸਟ ਕਰ ਲਿਆ, ਹਰ ਰਸ ਵੀ ਕਹਿੰਦੇ ਉਹਨੂੰ। ਅੰਮ੍ਰਿਤ ਜਿਨ੍ਹਾਂ ਚਖਾਇਨ ਰਸ ਆਇਆ ਸਹਿਜ ਸੁਭਾਏ। ਕਿ ਸਹਿਜ ਸੁਭਾਏ ਕਹਿੰਦੇ ਪਿਆਰ ਦੇ ਨਾਲ ਕਹਿੰਦੇ ਆ। ਸਹਿਜ ਸੁਭਾਏ ਜਿਹੜਾ ਹੈਗਾ, ਇਹ ਅੰਮ੍ਰਿਤ ਦਾ ਟੇਸਟ ਮਿਲ ਗਿਆ, ਅੰਮ੍ਰਿਤ ਦੀ ਬੂੰਦ ਮਿਲ ਗਈ, ਅੰਮ੍ਰਿਤ ਅਮਰ ਹੋ ਗਿਆ। ਜਿਹਨੂੰ ਅੰਮ੍ਰਿਤ ਆ ਗਿਆ, ਜਿਹਦੇ ਅੰਦਰ, ਉਹਦੇ ਅੰਦਰ ਮਾਲਕ ਵੀ ਆ ਗਿਆ। ਅੰਮ੍ਰਿਤ ਜਿਨ੍ਹਾਂ ਚੁਖਾਇਨ ਰਸ ਆਇਆ ਸਹਿਜ ਸੁਭਾਏ। ਸੱਚਾ ਵੇ ਪ੍ਰਵਾਹ ਹੈ ਤਿਸਨੂੰ ਤਿਲ ਨਾ ਤਮਾਏ। ਉਹ ਮਾਲਕ ਪਰਮਾਤਮਾ ਵੇ ਪ੍ਰਵਾਹ ਹੈ ਭਾਈ, ਉਸ ਨੂੰ ਤਿਲ ਜਿੰਨੀ ਵੀ ਤਮਾ ਨਹੀਂ ਹੈਗੀ। ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾਂ ਮੁਖੇ ਪਾਏ। ਇੱਥੇ ਗੁਰਮੁਖ ਜਿਹੜੇ ਹੈ ਨਾਉਨ ਆ ਗਏ। ਜਿਹੜੇ ਗੁਰੂ ਦੇ ਅਨੁਸਾਰ ਜਿਹੜੇ ਇਨਸਾਨ ਯਾਤਰਾ ਕਰਦੇ ਆ, ਉਹ ਕਹਿੰਦੇ ਆ ਉਹਨਾਂ ਨੂੰ ਅੰਮ੍ਰਿਤ ਮਿਲਦਾ ਹੈ ਔਰ ਹਮੇਸ਼ਾ ਹੀ ਵਰਸਦਾ ਹੈ। ਸੱਚਾ ਅੰਮ੍ਰਿਤ ਹਮੇਸ਼ਾ ਵਰਸ ਰਿਹਾ ਹੈ। ਅੰਮ੍ਰਿਤ ਸਦਾ ਸੱਚਾ ਵਰਸਦਾ ਗੁਰਮੁਖਾਂ ਮੁਖ ਪਾਏ। ਮਨ ਸਦਾ ਹਰਿਆਵਲਾ ਸਹਿਜੇ ਹਰ ਗੁਣ ਗਾਏ ਰਹੋ। ਮਨ ਹਮੇਸ਼ਾ ਹਰਾ ਭਰਾ ਰਹਿੰਦਾ ਹੈ, ਸਦਾ ਹਮੇਸ਼ਾ ਸਹਿਜ ਦੇ ਵਿੱਚ ਪਰਮੇਸ਼ਰ ਦੀ ਭਗਤੀ ਕਰਦਾ ਹੈ। ਰਹਾਓ ਮਨ ਮੁਕੇ ਸਦਾ ਦੁਹਾਗਣੀ ਦਰ ਖੜੀਆਂ ਬਿਲ ਲਾਏ। ਮਨਮੁਖੀਆਂ ਜਿਹੜੀਆਂ ਹੁੰਦੀਆਂ, ਮਨ ਦੇ ਪਿੱਛੇ ਚੱਲਣ ਵਾਲੇ ਜੀਵ ਜਿਹੜੇ ਇਨਸਾਨ ਹੈਗੇ,
ਜਿਹੜੇ ਮਾਇਆ ਨੂੰ ਮਾਇਆ ਨੂੰ ਜਿਹੜੀ ਪ੍ਰਾਇਰਟੀ ਦਿੱਤੀ ਜਿਨ੍ਹਾਂ ਨੇ, ਉਹ ਕਹਿੰਦੇ ਆ ਦੁਆਗਣੀਆਂ ਹੈਗੀਆਂ। ਉਹਨਾਂ ਨੂੰ ਨਹੀਂ ਪਰਮਾਤਮਾ ਮਿਲਦਾ। ਉਹਨਾਂ ਨੂੰ ਕੀ ਮਿਲਦਾ ਹੈ? ਦਰ ਖੜੀਆਂ ਬਿਰਲਾएं, ਕਹਿੰਦੇ ਉਹ ਧਰਮਰਾਜ ਦੇ ਦਰ 'ਤੇ ਜਿਹੜੀਆਂ ਹੈਗੀਆਂ ਫੈਸਲਾ ਹੁੰਦਾ ਹੈ ਅਤੇ ਬਿੱਲ ਆਉਂਦੀਆਂ ਫਿਰ ਜੂਨਾਂ ਦੇ ਵਿੱਚ ਜਾਂਦੀਆਂ, ਬਿੱਲ ਆਉਂਦੀਆਂ। ਮਨੁ ਕੇ ਦੁਹਾਗਣੀ ਸਦਾ ਦੁਹਾਗਣੀ ਦਰ ਖੜੀਆਂ ਬਿਰਲਾएं, ਜਿਨ੍ਹਾਂ ਪਿਰ ਕਾ ਸਵਾਦ ਨਾ ਆਇਓ ਜੋ ਤੋਰੇ ਲਿਖਿਆ ਸੋ ਕਮਾਏ। ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਦਾ ਸਵਾਦ ਨਹੀਂ ਆਇਆ, ਮਨੁੱਖੀ ਜੂਨ ਪਾਈ ਆ, ਪਾ ਕੇ ਜਿਹੜਾ ਹੈਗਾ ਜੋ ਪਹਿਲਾਂ ਸੰਸਕਾਰ ਕੀਤੇ ਸੀਗੇ ਉਹੀ ਵਾਪਸ ਫਿਰ ਕਰ ਲਏ। ਉਹੀ ਜਿਹੜਾ ਹੈਗਾ ਫਿਰ ਉਹੀ ਦੀ ਉਹੀ ਚੀਜ਼ ਜਿਹੜੀ ਹੈਗੀ ਆ ਜੋ ਪਿੱਛੇ ਜਿਹੜੀ ਹੈਗੀ ਕਿਰਤ ਲੈ ਕੇ ਆਇਆ ਸੀਗਾ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਨਹੀਂ ਮਿਲੇ ਪਾਏ ਰਾਮ ਦੇ ਨਾਲ, ਵਾਪਸ ਫਿਰ ਜਿਹੜਾ ਹੈਗਾ ਉਹੀ ਜੀ ਕਿਰਤ ਫਿਰ ਕਮਾ ਲਈ। ਜਿੰਨਾ ਪਿਰਕਾ ਸਵਾਦ ਨਾ ਆਇਓ ਜੋ ਤੁਰੇ ਲਿਖਿਆ ਸੋ ਕਮਾਏ। ਤੁਰੇ ਲਿਖਿਆ ਕੀ ਆ? ਜੋ ਆਪਾਂ ਜਿਹੜੇ ਹੈਗੇ ਜੋ ਆਪਣਾ ਜਿਹੜਾ ਹੈ ਬਟੂਆ ਜੋ ਆਪਾਂ ਲੈ ਕੇ ਆ ਰਹੇ ਹਾਂ ਭਾਈ, ਜੋ ਬੀਜਿਆ ਸੀਗਾ। ਗੁਰਮੁਖ ਬੀਜੈ ਸੱਚ ਜੰਮੈ ਸੱਚ ਨਾਮ ਵਪਾਰ। ਆ ਲਓ ਜਿਹੜੇ ਪਿਛਲਾ ਭਾਵੇਂ ਜੇ ਮਰਜ਼ੀ ਆ, ਹੁਣ ਜਿਹੜਾ ਹੈਗਾ ਉਹਨਾਂ ਨੇ ਕੀ ਕਰਤਾ? ਗੁਰੂ ਦੇ ਰਾਹੀਂ ਜਿਹੜਾ ਗੁਰੂ ਜੋ ਕਹਿ ਰਿਹਾ ਬੀਜਣ ਵਾਸਤੇ ਨਾਮ, ਉਹਨਾਂ ਨੇ ਨਾਮ ਦੀ ਖੇਤੀ ਬੀਜ ਲਈ, ਸੱਚ ਦੀ ਬੀਜ ਲਈ। ਗੁਰਮੁਖੇ ਬੀਜੇ ਸੱਚ ਜੰਮੈ, ਉਹ ਜੰਮ ਗਈ ਭਾਈ, ਇੱਕ ਦੇ ਹਜ਼ਾਰ ਦਾਣੇ ਹੋ ਗਏ। ਗੁਰਮੁਖੇ ਬੀਜੇ ਸੱਚ ਜੰਮੈ ਸੱਚ ਨਾਮ ਵਪਾਰ। ਆਇਆ ਇਹਦੇ ਵਾਸਤੇ ਆਇਆ ਸੱਚ ਦਾ ਨਾਮ ਦਾ ਵਪਾਰ। ਨਾਮ ਨੂੰ ਪ੍ਰਗਟ ਕਰਨਾ ਹੈ, ਨਾਮ ਪਾਉਣਾ ਹੈ, ਅਮਰ ਹੋਣਾ ਹੈ, ਅੰਮ੍ਰਿਤ ਰਸ ਲੈਣਾ ਹੈ। ਇਹ ਲਾਭ ਦਾ ਸੌਦਾ ਹੈਗਾ, ਬਾਕੀ ਸਾਰਾ ਦਾ ਸਾਰਾ ਘਾਟੇ ਦਾ ਹੈਗਾ ਭਾਈ। ਗੁਰਮੁਖੇ ਬੀਜੇ ਸੱਚ ਜੰਮੈ ਸੱਚ ਨਾਮ ਵਪਾਰ, ਜੋ ਇਤ ਲਾਹੇ ਲਾਇਨ ਭਗਤੀ ਦੇ ਭੰਡਾਰ। ਜਿਹੜੇ ਇਸ ਲਾਭ ਦੇ ਵਿੱਚ ਜਿਹੜੇ ਹੈਗੇ ਮਾਲਕ ਨੇ ਲਾਉਣਾ ਆ, ਮਾਲਕ ਨੇ ਕਿਰਪਾ ਕਰਨੀ, ਆਪਾਂ ਨੇ ਚੁਆਇਸ ਕਰਨੀ ਹੈ। ਕਹਿੰਦੇ ਉਹਨਾਂ ਨੂੰ ਤਾਂ ਭਗਤੀ ਦੇ ਭੰਡਾਰੇ ਮਿਲ ਜਾਂਦੇ ਆ ਭਾਈ, ਭਗਤੀ ਦੇ ਖਜ਼ਾਨੇ ਮਿਲ ਜਾਂਦੇ ਆ। ਗੁਰਮੁਖੇ ਸਦਾ ਸੁਹਾਗਣੀ ਭੈ ਭਗਤ ਸਿੰਗਾਰ। ਜਿਹੜੇ ਗੁਰੂ ਦੇ ਰਾਹੀਂ ਚੱਲਦੇ ਆ, ਗੁਰੂ ਦੇ ਅਨੁਸਾਰ, ਗੁਰੂ ਦੇ ਜੋ ਗੁਰੂ ਦਾ ਗਿਆਨ ਕਹਿ ਰਿਹਾ ਉਵੇਂ ਦੀ ਕਾਰਵਾਈ ਕਰਦੇ ਆ, ਕਹਿੰਦੇ ਉਹ ਤਾਂ ਸੁਹਾਗਣਾ ਹੋ ਜਾਂਦੀਆਂ ਹਮੇਸ਼ਾ ਵਾਸਤੇ। ਕੀ ਗੁਰੂ ਦਾ ਕਾਰਵਾਈ ਕੀ ਹੈ? ਗੁਰੂ ਦਾ ਗਿਆਨ ਕੀ ਕਹਿ ਰਿਹਾ? ਭੈ ਭਗਤ ਸਿੰਗਾਰ। ਭੈ ਦੇ ਨਾਲ ਭਗਤੀ ਦੇ ਦੁਆਰਾ ਆਪਣੇ ਆਪ ਨੂੰ ਸੋਹਣਾ ਬਣਾ ਲਾ, ਅਵਗੁਣ ਛੱਡ, ਗੁਣ ਪ੍ਰਗਟ ਕਰ ਲਾ। ਕਿਉਂਕਿ ਤੂੰ ਸੁਹਾਗਵਤੀ ਹੈ, ਸੁਹਾਗ ਨੂੰ ਪਾਉਣਾ ਆ, ਸੁਹਾਗਣ ਹੈਗੀ ਆ। ਗੁਰਮੁਖੇ ਸਦਾ ਸੁਹਾਗਣੀ ਭੈ ਭਗਤ ਸਿੰਗਾਰ, ਅਨਦਿਨ ਰਾਵੈ ਪਿਰੇ ਆਪਣਾ ਸੱਚ ਰੱਖੇ ਔਰ ਧਾਰ। ਅਨਦਿਨ ਜਿਹੜਾ ਹੈਗਾ ਉਹ ਇਸ ਤਰੀਕੇ ਦੇ ਨਾਲ ਇਹ ਪ੍ਰੇਮਾ ਭਗਤੀ ਕਰਦੀਆਂ, ਉਹ ਪਰਮਾਤਮਾ ਦਾ ਸਾਥ ਮਾਣਦੀਆਂ, ਕਿਉਂਕਿ ਸੱਚ ਨੂੰ ਉਰ ਦੇ ਵਿੱਚ ਧਾਰ ਕੇ ਰੱਖਦੀਆਂ। ਜਿਨ੍ਹਾਂ ਪਿਰ ਆਵਿਆ ਆਪਣਾ ਤਿਨਾਂ ਵਿਠੋਂ ਬਲ ਜਾਓ। ਜਿਨ੍ਹਾਂ ਨੇ ਕਹਿੰਦੇ ਇਸ ਤਰੀਕੇ ਦੇ ਨਾਲ ਮਾਲਕ ਪਰਮਾਤਮਾ ਦਾ ਸੁਹਾਗ ਦਾ ਸਾਥ ਮਾਣ ਲਿਆ, ਮਾਲਕ ਪਰਮਾਤਮਾ ਦਾ, ਤਿਨਾਂ ਵਿਟੋਂ ਬਲ ਜਾਓ। ਕਹਿੰਦੇ ਮੈਂ ਤਾਂ ਉਹਨਾਂ ਤੋਂ ਬਲਿਹਾਰ ਜਾਣਾ ਐਸੇ ਬ੍ਰਹਮ ਗਿਆਨੀਆਂ ਤੋਂ। ਜਿਨ੍ਹਾਂ ਪਿਰ ਰਾਵੇ ਆਪਣਾ ਤਿਨਾਂ ਵਿਟੋਂ ਬਲ ਜਾਓ, ਸਦਾ ਪਿਰ ਕੈ ਸੰਗ ਰਹੇ ਵਿੱਚੋਂ ਆਪ ਗਵਾਏ। ਕਹਿੰਦੇ ਕਮਾਲ ਕੀਤੀ ਪਈ ਹੈ ਉਹਨਾਂ ਨੇ ਤਾਂ, ਹਮੇਸ਼ਾ ਵਾਸਤੇ ਮਾਲਕ ਦੇ ਨਾਲ ਰਹਿੰਦੇ, ਹੁੰਦੇ ਸਰੀਰ ਦੇ ਵਿੱਚ ਹੀ ਹੈ, ਉਹ ਮਾਲਕ ਦੇ ਨਾਲ ਜੁੜੇ ਆ, ਮਾਲਕ ਪ੍ਰਗਟ ਆ। ਉਹਨਾਂ ਦੇ ਅੰਦਰ ਹਉਮੈ ਹੈ ਹੀ ਨਹੀਂ, ਡੁਆਲਿਟੀ ਹੈ ਹੀ ਨਹੀਂ, ਵਿੱਚੋਂ ਆਪ ਗਵਾਏ। ਤਨ ਮਨ ਸੀਤਲ ਮੁਖ ਉਜਲੇ ਫਿਰ ਕਹਿ ਪਾਏ ਪਿਆਰ। ਉਹਨਾਂ ਦਾ ਤਨ ਵੀ ਮਨ ਵੀ ਸੀਤਲ ਤੇ ਮੁਖ ਉਜਲਾ ਹੈਗਾ ਭਾਈ, ਪਰਮਾਤਮਾ ਦੇ ਨਾਲ ਪਿਆਰ ਹੈ, ਗੂੜਾ ਪਿਆਰ ਹੈ। ਸੇਜ ਸੁਖਾਲੀ ਪਿਰ ਰਵੇ ਹਉਮੈ ਤ੍ਰਿਸ਼ਨਾ ਮਾਰ। ਸੁੱਖਾਂ ਦੀ ਸੇਜਾ ਦੇ ਉੱਤੇ ਹੈਗੇ, ਪਰਮਾਤਮਾ ਦਾ ਸਾਥ ਮਾਣ ਰਹੀ ਹੈ ਜੀਵ ਇਸਤਰੀ ਜਿਹੜੀ ਹੈਗੀ ਆ। ਹਉਮੈ ਔਰ ਤ੍ਰਿਸ਼ਨਾ ਜਿਹੜੀ ਖਤਮ ਹੋ ਗਈ। ਹਉਮੈ ਕਾਹਦੀ ਤ੍ਰਿਸ਼ਨਾ ਰਹਿ ਗਈ? ਫਿਰ ਕਾਹਦੀ ਹਉਮੈ ਰਹਿ ਗਈ? ਉੱਥੇ ਤਾਂ ਇੱਕ ਹੋ ਗਏ ਭਾਈ। ਪਾਣੀ ਦੇ ਵਿੱਚ ਪਾਣੀ ਮਿਲ ਗਈ, ਜੋਤ ਦੇ ਵਿੱਚ ਜੋਤ ਮਿਲ ਗਈ। ਤਨ ਮਨ ਸੀਤਲ ਮੁਖ ਉਜਲੇ ਪਿਰ ਕਹਿ ਪਾਏ ਪਿਆਰ। ਸੇਜ ਸੁਖਾਲੀ ਪਿਰ ਰਵੇ ਹਉਮੈ ਤ੍ਰਿਸ਼ਨਾ ਮਾਰ। ਕਰ ਕਿਰਪਾ ਕਰੇ ਆਇਆ ਗੁਰ ਕੈ ਹੇਤ ਅਪਾਰ। ਇਸ ਤਰ੍ਹਾਂ ਜਿਹੜਾ ਹੈਗਾ ਜੀਵ ਇਨਸਾਨ ਮਨੁੱਖੀ ਜੂਨ ਪਾਈ ਹੈ ਘਰ ਦੇ ਵਿੱਚ ਆਉਣ ਦੇ ਵਾਸਤੇ, ਇਸ ਤਰ੍ਹਾਂ ਆਪਣੇ ਘਰ ਦੇ ਅੰਦਰ ਆ ਜਾਂਦਾ ਹੈ ਭਾਈ, ਬਾਹਰ ਮਾਇਆ ਦੇ ਵਿਚਾਰ ਮੰਡਲ ਕ੍ਰਾਸ ਕਰ ਜਾਂਦਾ ਹੈ। ਕਰ ਕਿਰਪਾ ਕਰੇ ਆਇਆ ਗੁਰ ਕੈ ਹੇਤ ਅਪਾਰ। ਗੁਰੂ ਦੇ ਨਾਲ
ਪਿਆਰ ਪਾਉਣ ਦੇ ਨਾਲ। ਇੰਟਰਨ ਮਾਲਕ ਪਰਮਾਤਮਾ ਦੇ ਨਾਲ ਪਿਆਰ ਪੈ ਜਾਂਦਾ ਉਸ ਅਪਾਰ ਦੇ ਨਾਲ। ਵਰ ਪਾਇਆ ਸੁਹਾਗਣੀ ਕੇਵਲ ਏਕ ਮੁਰਾਰ। ਦੇਖੋ ਕੇਵਲ ਲਿਖਿਆ ਹੋਇਆ, ਇੱਕ ਵੀ ਲਿਖਿਆ, ਮੁਰਾਰ ਵੀ ਲਿਖਿਆ ਹੋਇਆ। ਮੁਰਾਰ ਕਹਿੰਦੇ ਆ ਪਾਪਾਂ ਨੂੰ ਨਾਸ ਕਰਨ ਵਾਲਾ। ਉਹ ਵਰ ਪ੍ਰਾਪਤ ਹੋ ਗਿਆ ਸੁਹਾਗਣੀ ਨੂੰ। ਵਰ ਪਾਇਆ ਸੁਹਾਗਣੀ, ਜਿਹਨੇ ਕਿਹਾ ਮੈਂ ਸੁਹਾਗਣ, ਮੈਂ ਮਾਲਕ ਪਰਮਾਤਮਾ ਨੂੰ ਮਿਲਣਾ ਚਾਹੁੰਦਾ ਹੈ। ਵਰ ਪਾਇਆ ਸੁਹਾਗਣੀ ਕੇਵਲ ਏਕ ਮੁਰਾਰੇ। ਸੁਹਾਗਣੀ ਜਿਹੜੀ ਹੈ ਬੰਦਾ ਤੀਵੀਂ ਦੋਨੋਂ ਹੀ ਹੋ ਸਕਦੇ ਆ ਭਾਈ, ਕੋਈ ਬਾਣੀ ਜਿਹੜੀ ਹੈਗੀ ਡਿਫਰੈਂਸ਼ੀਏਟ ਨਹੀਂ ਕਰਦੀ। ਵਰ ਪਾਇਆ ਸੁਹਾਗਣੀ ਕੇਵਲ ਏਕ ਮੁਰਾਰ, ਸਭੇ ਗੁਨਾਹ ਬਖਸ਼ਾਏ ਲयन ਮੇਲੇ ਮੇਲਣਹਾਰ। ਇੱਥੇ ਜਾ ਕੇ ਜਿਹੜਾ ਹੈਗੇ ਸਾਰਾ ਦਾ ਸਾਰਾ ਲੇਖਾ ਜੋਖਾ ਫਿਨਿਸ਼ ਹੋ ਜਾਂਦਾ ਹੈ। ਸਾਰੇ ਦੇ ਸਾਰੇ ਗੁਨਾਹ ਬਖਸ਼ੇ ਜਾਂਦੇ ਆ। ਮਾਲਕ ਵਰ ਪ੍ਰਗਟ ਹੋ ਗਿਆ, ਸੁਹਾਗ ਆ ਗਿਆ ਅੰਦਰ। ਸਭੇ ਗੁਨਾਹ ਬਖਸ਼ਾਏ ਲयन ਮੇਲੇ ਮੇਲਣਹਾਰ। ਉਹ ਮਾਲਕ ਨੇ ਜਿਹੜਾ ਮੇਲਣ ਵਾਲਾ ਆ ਉਹਨੇ ਮਿਲਾ ਲਿਆ ਆਪਣੇ ਨਾਲ। ਯਾਤਰਾ ਪੂਰੀ ਹੋ ਗਈ। ਨਾਨਕ ਆਖਣ ਆਖੀਏ ਜੇ ਸੁਣ ਧਰੇ ਪਿਆਰ। ਕਹਿੰਦੇ ਆਖਣ ਇਹ ਭਗਤੀ ਪ੍ਰੇਮਾ ਭਗਤੀ ਇਹ ਬੋਲ ਤਾਂ ਹੀ ਆਖ ਸਕਦੇ ਹਾਂ ਭਾਈ। ਇਹ ਔਖੀ ਕਾਰਵਾਈ ਔਖੀ ਘਾਟੀ ਤਾਂ ਹੀ ਚੜ੍ਹ ਸਕਦੇ ਹਾਂ ਜੇ ਸੁਣੇ ਧਰੇ ਪਿਆਰ। ਜੇ ਉਹ ਮਾਲਕ ਪਰਮਾਤਮਾ ਦੇ ਨਾਲ ਪਿਆਰ ਪਾਇਆ ਜਾਏ ਔਰ ਮਾਲਕ ਜਿਹੜਾ ਹੈਗਾ ਆਪਾਂ ਆਪਣੀ ਜਿਹੜੀ ਬੇਨਤੀ ਨੂੰ ਕਬੂਲ ਕਰ ਲਏ। ਜੇ ਪ੍ਰੇਮ ਦੇ ਨਾਲ ਆਪਾਂ ਬੇਨਤੀ ਕਰਕੇ ਬੇਨਤੀ ਰੂਪ ਹੋ ਕੇ ਜਿਹੜਾ ਹੈਗਾ ਧਿਆਨ ਸਿਮਰਨ ਕਰਾਂਗੇ ਤੇ ਆ ਜਿਹੜੀ ਹੈਗੀ ਆ ਸਟੇਟ ਆ ਜਾਂਦੀ ਆਪਣੇ। ਸਭੇ ਗੁਨਾਹ ਬਖਸ਼ਾਏ ਲयन ਮੇਲੇ ਮੇਲਣਹਾਰ। ਨਾਨਕ ਆਖਣ ਆਖੀਏ ਜੇ ਸੁਣ ਧਰੇ ਪਿਆਰ। ਅੱਜ 15 ਦੇ 12 ਹੋਏ ਆ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਭਾਈ ਖਾਲਸਾ, ਭਾਈ ਫਤਿਹ ਸਾਰੀ ਸੰਗਤ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਅੱਜ ਤੁਸੀਂ ਉਹ ਜਾ ਰਹੇ ਹੋ ਜੀ? ਅੱਛਾ, ਹਾਂਜੀ ਹਾਂਜੀ, ਅੱਜ ਮੇਰਾ 10 ਵਜੇ ਦਾ ਅਪਾਇੰਟਮੈਂਟ ਹੈਗਾ ਤੇ ਤੁਸੀਂ ਕਰ ਲੈਣਾ ਵੀਰ ਜੀ। ਤੇ ਮੈਂ ਕਰ ਲੂੰਗਾ। ਤੁਸੀਂ ਉਹ ਰਿਕਾਰਡਿੰਗ ਕਰਵਾ ਦਿਓ। ਹਾਂਜੀ, ਰਿਕਾਰਡਿੰਗ ਉਹ ਸਾਰੀ ਜਿਹੜੀ ਹੈਗੀ ਉਹ ਮੈਂ ਤੇਜਿੰਦਰ ਮੈਨੂੰ ਲੈ ਕੇ ਜਾ ਰਿਹਾ ਹੈ ਤੇ ਉਹ ਗੱਡੀ ਦੇ ਵਿੱਚ ਹੀ ਉਹ ਕਰਦਾ ਰਹੇਗਾ। ਕਰ ਲੂੰਗਾ ਜੀ। ਹਾਂਜੀ, ਮੈਂ ਸਾਰਾ ਕੁਝ ਉਹਨੂੰ ਦੇ ਦੂੰਗਾ, ਸਮਝਾ ਦੂੰਗਾ ਪੂਰਾ। ਹਾਂ ਬਿਲਕੁਲ ਠੀਕ ਹੈ ਜੀ। ਇੱਕ ਦਿਨ ਵਾਸਤੇ ਹੈ? ਹਾਂਜੀ ਹਾਂਜੀ, ਬਸ ਸਿਰਫ ਜਿਹੜਾ ਹੈਗਾ ਅੱਜ ਹੀ ਹੈਗਾ। ਹਾਂਜੀ, ਥੈਂਕ ਯੂ ਜੀ, ਬਹੁਤ ਵਧੀਆ ਜੀ। ਉਹ ਨਾ ਐਕਚੁਅਲੀ ਕੀ ਹੈ, ਮੇਰੇ ਜਿਹੜੇ ਹੈਗੇ ਉਹ ਕੈਟਰੈਕਟ ਦੇ ਲੈਂਸ ਹੈਗੇ ਉਹਨਾਂ ਦੇ ਉੱਤੇ ਜਿਹੜੀ ਹੈਗੀ ਆ ਉਹ ਮਤਲਬ ਜਿਹੜੀ ਹੈਗੀ ਆ ਉਹਦੇ ਉੱਤੇ ਜੰਮ ਜਾਂਦਾ ਹੈ ਜਿਹੜਾ ਹੈਗਾ ਫੌਗ ਜੀ ਆ ਜਾਂਦੀ ਹੈ ਉਹਦੇ ਉੱਤੇ। ਤੇ ਉਹ ਜਿਹੜਾ ਹੈਗਾ ਉਹ ਲੇਜ਼ਰ ਦੇ ਨਾਲ ਜਿਹੜਾ 5 ਮਿੰਟ ਦਾ ਕੰਮ ਹੈਗਾ ਪਰ ਉਹ ਕਰ ਦਿੰਦੇ ਆ ਕਿ ਇੱਥੇ ਯੂਵੀ ਲਾਈਟ ਬਹੁਤ ਜ਼ਿਆਦਾ ਹੈਗੀ ਨਾ ਤੇ ਯੂਵੀ ਲਾਈਟ ਦੇ ਨਾਲ ਕਹਿੰਦੇ ਆ ਇਹ ਲੈਂਸਿਸ ਦੇ ਉਹ ਹੁੰਦਾ ਹੈ ਬਹੁਤ ਜ਼ਿਆਦਾ। ਕਿਹੜੀ ਲਾਈਟ ਕਿਹੜੀ ਜੀ? ਯੂਵੀ ਹੈਗੇ ਇਹਦੇ। ਆਪਾਂ ਜਿਹੜੇ ਪੋਲ ਦੇ ਉੱਤੇ ਆ ਨਾ ਇੱਥੇ ਯੂਵੀ ਰੇਜ਼ ਬਹੁਤ ਜ਼ਿਆਦਾ ਹੈਗੀਆਂ। ਅੱਛਾ ਜੀ। ਹਾਂਜੀ ਹਾਂਜੀ, ਇਹਦਾ ਫਿਰ ਧਿਆਨ ਰੱਖਣਾ ਪਊਗਾ ਜੀ। ਹਾਂਜੀ ਬਿਲਕੁਲ, ਅਲਟਰਾਵਾਇਲਟ ਸਪੈਕਸ ਆਉਂਦੇ ਆ ਉਹ ਪਾਉਣੇ ਚਾਹੀਦੇ ਆ ਜਿਨ੍ਹਾਂ ਨੇ ਕੈਟਰੈਕਟ ਹੈਗਾ ਜਿਨ੍ਹਾਂ ਨੂੰ। ਕੈਟਰੈਕਟ ਜੀ ਮੇਰਾ 15 ਨੂੰ ਹੋਣਾ ਸਰਜਰੀ, ਬਸ 14 ਨੂੰ ਯੂਵੀ ਲੈਂਸ ਲੈ ਲੈਣਾ ਜੀ। ਚਲੋ ਕਰੀਏ। ਵਾਹਿਗੁਰੂ